ਹਾਂਜੀ ਸਟੂਡੈਂਟਸ, ਆਪਾਂ ਕਰ ਰਹੇ ਹਾਂ ਬੇਟਾ ਫਿਜ਼ਿਕਸ। ਠੀਕ ਹੈ, ਤੇ ਅੱਜ ਆਪਣਾ ਚੈਪਟਰ ਹੈਗਾ ਫੋਰਸ, ਬਲ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ। ਤਾਂ ਇਹ ਮੰਨ ਕੇ ਚੱਲੋ ਕਿ ਆਪਣਾ ਜਿਹੜਾ ਇਹ ਫਿਜ਼ਿਕਸ ਹੈ ਉਹਦੇ ਵਿੱਚ ਇਹ ਜਿਹੜਾ ਫੋਰਸ ਚੈਪਟਰ ਹੈ ਬੇਟਾ ਸਾਰਿਆਂ ਨਾਲੋਂ ਇੰਪੋਰਟੈਂਟ ਹੈ। ਸਾਰੀ ਜਿਹੜੀ ਫਿਜ਼ਿਕਸ ਹੈ ਉਹ ਮਤਲਬ ਵੀ ਫੋਰਸ ਨਾਲ ਰਿਲੇਟਡ ਹੈ। ਅਗਰ ਆਪਾਂ ਨੂੰ ਫੋਰਸ ਸਮਝ ਆ ਰਹੀ ਹੈ ਤਾਂ ਹੀ ਆਪਾਂ ਨੂੰ ਸਾਰਾ ਕੁਝ ਸਮਝ ਆਊਗਾ। ਤਾਂ ਫੋਰਸ ਜਾਂ ਬਲ ਜਿਹਨੂੰ ਆਪਾਂ ਕਹਿੰਦੇ ਆ ਹੁੰਦਾ ਕੀ ਹੈ? ਠੀਕ ਹੈ, ਤਾਂ ਸਮਝੀਏ ਤਾਂ ਕਹਿੰਦੇ ਫੋਰਸ ਕੀ ਚੀਜ਼ ਹੈ ਜੀ? ਫੋਰਸ ਇਜ਼ ए पुश और पुल। ठीक है, which either changes or tends to change the state of rest or of uniform motion of a body। ठीक है, F है of a body। ਕਹਿੰਦੇ ਫੋਰਸ ਕੀ ਹੈ ਜੀ? ਬਲ, ਫੋਰਸ ਨੂੰ ਕਹਿੰਦੇ ਆ ਬਲ। ਬਲ ਇੱਕ ਧੱਕਣ, ਪੁਸ਼ ਮੀਨਸ ਧਕੇਲਣਾ, ਕਿਸੇ ਚੀਜ਼ ਨੂੰ ਧੱਕਾ ਮਾਰ ਕੇ ਧਕੇਲਣਾ। ਪੁੱਲ ਦਾ ਮਤਲਬ ਹੁੰਦਾ ਬੇਟਾ ਖਿੱਚਣਾ। ਤਾਂ ਬਲ ਇੱਕ ਧੱਕਣ ਜਾਂ ਖਿੱਚ ਹੈ। ਠੀਕ ਹੈ, ਜਿਵੇਂ ਉਹਨਾਂ ਦੋ ਬੱਚੇ ਹੈ। ਠੀਕ ਹੈ, ਇੱਕ ਵਸਤੂ ਪਈ ਹੈ, ਉਹਨਾਂ ਕੋਲੇ ਆਬਜੈਕਟ ਹੈ ਕੋਈ। ਤਾਂ ਜੇ ਇਸ ਬੱਚੇ ਦੀ ਗੱਲ ਕਰੀਏ ਤਾਂ ਇਹਨੇ ਇਸ ਨੂੰ ਰੱਸੀ ਪਾ ਕੇ ਫੜ ਰੱਖਿਆ ਤੇ ਇਹਨੂੰ ਖਿੱਚ ਰਿਹਾ। ਇਹਨੂੰ ਅਸੀਂ ਕਹਿੰਦੇ ਆ ਖਿੱਚ ਜਾਂ ਪੁੱਲ। ਤੇ ਇਹ ਬੱਚਾ ਕੀ ਹੈ? ਇਹਨੂੰ ਧਕੇਲ ਰਿਹਾ ਹੈ, ਧੱਕਾ ਮਾਰ ਰਿਹਾ ਹੈ, ਜਿਹਨੂੰ ਅਸੀਂ ਕਹਿੰਦੇ ਆ ਬੇਟਾ ਪੁਸ਼। ਇਹ ਪੁੱਲ ਕਰ ਰਿਹਾ, ਇਹ ਪੁਸ਼ ਕਰ ਰਿਹਾ। ਤਾਂ ਬਲ ਕੀ ਚੀਜ਼ ਹੈ? ਇੱਕ ਧੱਕਣ ਹੈ ਜਾਂ ਖਿੱਚ ਹੈ, ਦੋਨਾਂ ਚੋਂ ਕਿਸੇ ਵੀ ਤਰੀਕੇ ਨਾਲ ਲਾਇਆ ਜਾ ਸਕਦਾ ਹੈ। ਜੋ ਕਰਦਾ ਕੀ ਹੈ ਬਲ? ਕਹਿੰਦੇ ਜਾਂ ਤਾਂ ਵਿਰਾਮ ਦੀ ਸਥਿਤੀ ਜਾਂ ਇੱਕਸਾਰ ਗਤੀ ਵਾਲੀ ਵਸਤੂ ਦੀ ਸਥਿਤੀ ਨੂੰ ਬਦਲਦਾ ਹੈ ਜਾਂ ਬਦਲਣ ਦੀ ਤਾਕਤ ਰੱਖਦਾ ਹੈ ਜਾਂ ਕੋਸ਼ਿਸ਼ ਕਰਦਾ ਹੈ। ਠੀਕ ਹੈ, ਇਹਨੂੰ ਧਿਆਨ ਨਾਲ ਸਮਝੀਏ। ਹੁਣ ਦੇਖੋ, ਮੰਨ ਲਓ ਆ ਟੇਬਲ ਹੈ। ਠੀਕ ਹੈ, ਆ ਬੱਚਾ ਇਹਨੂੰ ਪੁਸ਼ ਕਰ ਰਿਹਾ ਹੈ। ਤਾਂ ਟੇਬਲ ਨੂੰ ਪੁਸ਼ ਕਰਨ ਨਾਲ ਕੀ ਹੋਊਗਾ? ਜੇ ਤਾਂ ਹੁਣ ਬੱਚੇ 'ਚ ਜ਼ੋਰ ਹੋਇਆ ਤਾਂ ਉਹ ਇਸ ਟੇਬਲ ਨੂੰ ਧਕੇਲ ਦੂ। ਆਪਾਂ ਘਰੇ ਦੇਖਦੇ ਹਾਂ ਕਿ ਆਮ ਤੌਰ ਤੇ ਹੀ ਬੱਚੇ ਕੀ ਹੈ, ਸਮਾਨ ਪਿਆ ਹੁੰਦਾ ਉਹਨੂੰ ਧੱਕਾ ਮਾਰਦੇ ਆ ਤੇ ਸਮਾਨ ਨੂੰ ਦੂਰ ਕਰ ਦਿੰਦੇ ਆ, ਹਨਾ। ਜੇ ਤਾਂ ਇਹਦੇ ਵਿੱਚ ਜ਼ੋਰ ਹੋਇਆ ਤਾਂ ਇਹਨੂੰ ਧਕੇਲ ਦੂਗਾ, ਜਾਂ ਫਿਰ ਇਹਨੂੰ ਫੜ ਕੇ ਖਿੱਚ ਰਿਹਾ, ਪੁੱਲ ਕਰ ਰਿਹਾ ਤਾਂ ਇਹਨੂੰ ਖਿੱਚ ਕੇ ਲੈ ਜਾਊਗਾ। ਆਮ ਤੌਰ ਤੇ ਬੱਚੇ ਖਿਡੌਣਿਆਂ ਨਾਲ ਰੱਸੀ ਬੰਨ੍ਹ ਕੇ ਖੇਡੀ ਜਾਂਦੇ ਹੁੰਦੇ ਆ ਤਾਂ ਉਹਨਾਂ ਨੂੰ ਖਿੱਚੀ ਜਾ ਰਹੇ ਹੁੰਦੇ ਆ। ਲੇਕਿਨ ਸਮ ਟਾਈਮ ਕੀ ਹੁੰਦਾ ਕਿ ਹੁਣ ਮੰਨ ਲਓ ਬੱਚੇ ਨੇ ਆ ਕੇ ਬੈੱਡ 'ਚ ਵੱਜਿਆ, ਬੈੱਡ ਤਾਂ ਆਪਦੀ ਜਗ੍ਹਾ ਤੋਂ ਹਿੱਲਿਆ ਨਹੀਂ। ਠੀਕ ਹੈ, ਬੱਚੇ ਦੇ ਸੱਟ ਵੱਜੀ ਤਾਂ ਉੱਥੇ ਵੀ ਬਲ ਲੱਗਿਆ। ਉੱਥੇ ਵੀ ਬੱਚੇ ਨੇ ਬੈੱਡ ਨੂੰ ਪੁਸ਼ ਕਰਨ ਦੀ, ਧੱਕਾ ਮਾਰਿਆ ਹੈ। ਠੀਕ ਹੈ, ਧਕੇਲਣ ਦੀ ਕੋਸ਼ਿਸ਼ ਕੀਤੀ ਹੈ। ਪਰ ਇੱਥੇ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਨਾ, ਕਿ ਸਥਿਤੀ ਨੂੰ ਬਦਲਦਾ ਹੈ ਜਾਂ ਬਦਲਣ ਦੀ ਤਾਕਤ ਰੱਖਦਾ ਹੈ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੋਸ਼ਿਸ਼ ਕਰਦਾ ਹੈ। ਠੀਕ ਹੈ, ਚੇਂजेस ਔਰ ਟੈਂਡਸ ਟੂ ਚੇਂਜ, ਮਤਲਬ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਜ਼ਰੂਰੀ ਨਹੀਂ ਕਿ ਬਲ ਜਿਹੜਾ ਹੈ ਹਮੇਸ਼ਾ ਸਥਿਤੀ ਨੂੰ ਬਦਲ ਹੀ ਦੇਵੇ। ਕਈ ਵਾਰ ਬਦਲ ਦਿੰਦਾ ਹੈ, ਕਈ ਵਾਰ ਕੋਸ਼ਿਸ਼ ਕਰਦਾ ਹੈ। ਜਿਵੇਂ ਹੁਣ ਮੰਨ ਲਓ ਆ ਬੈਲੂਨ ਹੈ। ਅਸੀਂ ਆਪਦੇ ਦੋਨੋਂ ਹੱਥਾਂ ਦੇ ਵਿੱਚ ਫੜ ਕੇ ਬੈਲੂਨ ਨੂੰ ਐਵੇਂ ਪ੍ਰੈਸ ਕੀਤਾ। ਜਦੋਂ ਬੈਲੂਨ ਨੂੰ ਐਵੇਂ ਪ੍ਰੈਸ ਕੀਤਾ ਬੇਟਾ ਤਾਂ ਬੈਲੂਨ ਦੀ ਸ਼ੇਪ ਕੀ ਹੋ ਗਈ? ਚੇਂਜ ਹੋ ਗਈ। ਠੀਕ ਹੈ, ਲੇਕਿਨ ਅਗਰ ਅਸੀਂ ਉਹੀ ਕੋਈ ਪੱਥਰ ਦਾ ਪੀਸ ਹੁੰਦਾ, ਉਹਨੂੰ ਦੋਨੋਂ ਹੱਥਾਂ 'ਚ ਪਕੜ ਕੇ ਐ ਪ੍ਰੈਸ ਕਰਦੇ ਤਾਂ ਫਿਰ ਉਹਦੀ ਸ਼ੇਪ ਅਸੀਂ ਚੇਂਜ ਨਹੀਂ ਕਰ ਸਕਦੇ ਸੀ। ਤਾਂ ਇਸ ਕਰਕੇ ਇੱਥੇ ਹਮੇਸ਼ਾ ਐਵੇਂ ਲਿਖਿਆ ਜਾਂਦਾ ਕਿ ਜਾਂ ਤਾਂ ਚੇਂਜ ਕਰ ਦਿੰਦਾ ਜਾਂ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਤਾਂ ਕੀ ਕੀ ਕੁਝ ਕਰ ਸਕਦਾ ਹੈ? ਕਹਿੰਦੇ ਇੱਕ ਤਾਂ ਉਹਦੀ ਸਥਿਤੀ ਬਦਲ ਸਕਦਾ ਹੈ, ਵਿਰਾਮ ਤੋਂ ਗਤੀ 'ਚ ਲਿਆ ਸਕਦਾ, ਉਹਨੂੰ ਗਤੀ ਤੋਂ ਵਿਰਾਮ 'ਚ ਲਿਆ ਸਕਦਾ। ਜਿਵੇਂ ਮੰਨ ਲਓ ਬਾਲ ਪਈ ਹੈ, ਬਾਲ ਦੇ ਉੱਤੇ ਆ ਕੇ ਆਪਾਂ ਪੈਰ ਮਾਰਿਆ, ਪੈਰ ਮਾਰਿਆ ਤਾਂ ਆਪਾਂ ਜ਼ੋਰ ਲਾਇਆ, ਬਲ ਲਾਇਆ ਤਾਂ ਬਾਲ ਕੀ ਹੋਇਆ? ਉੱਥੋਂ ਦੂਰ ਚਲੀ ਗਈ। ਤਾਂ ਉਹਨੇ ਉਹਦੀ ਸਥਿਤੀ ਸੀ ਜਿਹੜੀ ਪਹਿਲਾਂ, ਉਹ ਵਿਰਾਮ ਦੀ ਸਥਿਤੀ ਸੀ, ਰੈਸਟ ਵਿੱਚ ਸੀ ਬਾਲ, ਉਹਨੂੰ ਮੋਸ਼ਨ 'ਚ ਲਿਆਂਦਾ, ਹੈ ਨਾ, ਗਤੀ 'ਚ ਲਿਆਂਦਾ। ਇਹ ਕੀ ਹੈ? ਗਤੀ ਦੀ ਦਿਸ਼ਾ ਵੀ ਬਦਲ ਸਕਦਾ ਹੈ। ਇੱਕਸਾਰ ਗਤੀ ਵਾਲੀ ਵਸਤੂ ਦੀ ਸਥਿਤੀ ਨੂੰ ਬਦਲਦਾ। ਜੇ ਵਸਤੂ ਕੋਈ ਚੱਲ ਕੇ ਆ ਰਹੀ ਹੈ, ਜਿਵੇਂ ਉਹਨਾਂ ਦੇ ਕੋਲ ਪਲੇਅਰ ਹੈ, ਇਹਦੇ ਕੋਲ ਕੀ ਹੁੰਦਾ ਕਿ ਜਦੋਂ ਸਾਹਮਣੇ ਤੋਂ ਗੇਂਦ ਆ ਰਹੀ ਹੈ ਤਾਂ ਇਹ ਬੈਟ ਮਾਰਦਾ ਤਾਂ ਉਹਦੀ ਦਿਸ਼ਾ ਬਦਲ ਦਿੰਦਾ। ਜਿਵੇਂ ਆ ਸ਼ਾਟ ਮਾਰਿਆ, ਇਧਰੋਂ ਬਾਲ ਆ ਰਹੀ ਸੀ, ਸ਼ਾਟ ਮਾਰਿਆ, ਬਾਲ ਇੱਧਰ ਚਲੀ ਗਈ, ਹਨਾ। ਜਾਂ ਫੁੱਟਬਾਲ 'ਚ ਵੀ ਕੀ ਹੁੰਦਾ ਹੈ, ਸਾਹਮਣੇ ਤੋਂ ਬਾਲ ਆ ਰਹੀ ਹੈ ਤੇ ਅਸੀਂ ਇਧਰੋਂ ਪੈਰ ਮਾਰਿਆ ਤਾਂ ਉਹਦੀ ਕੀ ਹੈ? ਡਾਇਰੈਕਸ਼ਨ ਅਸੀਂ ਚੇਂਜ ਕਰ ਸਕਦੇ ਹਾਂ। ਤਾਂ ਬਲ ਕੀ ਕੁਝ ਕਰਦਾ ਹੈ? ਦੁਬਾਰਾ ਅਗਰ ਆਪਾਂ ਕੰਕਲੂਡ ਕਰੀਏ ਤਾਂ ਕਹਿੰਦੇ ਜਾਂ ਤਾਂ ਇਹ ਜਿਹੜੀ ਵਸਤੂ ਦੀ ਸਥਿਤੀ ਹੈ ਗਤੀ ਤੋਂ ਵਿਰਾਮ 'ਚ ਲਿਆ ਸਕਦਾ ਹੈ, ਵਿਰਾਮ ਤੋਂ ਗਤੀ 'ਚ ਲਿਆ ਸਕਦਾ ਹੈ, ਮਤਲਬ ਰੈਸਟ ਤੋਂ ਮੋਸ਼ਨ 'ਚ, ਜਾਂ ਫਿਰ ਮੋਸ਼ਨ ਤੋਂ ਰੈਸਟ ਵਿੱਚ। ਜਾਂ ਫਿਰ ਕਹਿੰਦਾ ਕੀ ਹੈ? ਉਹਦੀ ਪੋਜੀਸ਼ਨ ਚੇਂਜ ਕਰ ਸਕਦਾ, ਜਿਵੇਂ ਬੈਲੂਨ ਦੀ ਚੇਂਜ ਕੀਤੀ ਹੈ। ਜਾਂ ਫਿਰ ਉਹਦੀ ਡਾਇਰੈਕਸ਼ਨ ਚੇਂਜ ਕਰ ਸਕਦਾ, ਜਿਵੇਂ ਕਿ ਆਪਾਂ ਇਹਨੇ ਡਾਇਰੈਕਸ਼ਨ ਚੇਂਜ ਕੀਤੀ ਹੈ। ਠੀਕ ਹੈ, ਉਹਦੀ ਸਪੀਡ ਘਟਾ ਵਧਾ ਸਕਦਾ। ਠੀਕ ਹੈ, ਮੰਨ ਲਓ ਬਾਲ ਪਿੱਛੋਂ ਆ ਰਹੀ ਸੀ, ਅਸੀਂ ਉਹਦੇ ਉੱਤੇ ਫਿਰ ਪੈਰ ਮਾਰਿਆ ਤਾਂ ਉਹਦੀ ਹੋਰ ਸਪੀਡ ਵਧਾਤੀ, ਤਾਂ ਉਹਦੀ डायरेक्शन चेंज कर सकते हैं, वेलोसिटी चेंज कर सकते हैं बेटा, ਉਹਦੀ ਪੋਜੀਸ਼ਨ ਚੇਂਜ ਕਰ ਸਕਦੇ ਆ, ਸ਼ੇਪ ਚੇਂਜ ਕਰ ਸਕਦੇ ਆ। ਤਾਂ ਕੁਝ ਵੀ ਕੀਤਾ ਜਾ ਸਕਦਾ, ਲੇਕਿਨ ਉਹਨੂੰ ਕਰਨ ਵਾਸਤੇ ਸਾਨੂੰ ਕੀ ਚਾਹੀਦਾ? ਫੋਰਸ ਚਾਹੀਦੀ। ਤਾਂ ਫੋਰਸ ਇਹ ਸਾਰਾ ਕੁਝ ਕਰਦੀ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦੀ ਹੈ, ਟੈਂਡਸ ਟੂ ਚੇਂਜ। ਠੀਕ ਹੈ,
तो इस कंसैप्ट ਨੂੰ ਆਪਾਂ ਲੈ ਕੇ ਜਾਂਦੇ ਆ। ਇਹ ਤਾਂ ਕੰਸੈप्ट ਸੀ। ਕੁਐਸਚਨਸ ਆਪਣੇ ਕੋਲੇ ਕੀ ਬਣਦੇ ਆ, ਸਾਰਾ ਜਿਹੜਾ ਡਾਟਾ ਬੇਟਾ ਇਹ ਸਾਰੇ ਕੁਐਸਚਨ ਹੀ ਕੁਐਸਚਨ ਹੈ। ਕਹਿੰਦੇ ਫੋਰਸ ਕੀ ਹੈ ਬੇਟਾ, ਇਟ ਇਜ਼ ਅ ਵੈਕਟਰ ਕੁਆਂਟੀਟੀ, ਕਿਉਂਕਿ ਫੋਰਸ ਦੇ ਵਿੱਚ ਦੋਨੋਂ ਚੀਜ਼ਾਂ ਦੀ ਵੈਲਿਊ ਹੈ। ਠੀਕ ਹੈ, ਦੋਨੋਂ ਚੀਜ਼ਾਂ ਦੀ ਵੈਲਿਊ ਕਿਵੇਂ ਹੈ, ਹੁਣ ਦੇਖੋ ਤੁਸੀਂ ਆ ਪੈਰ ਮਾਰ ਰਹੇ ਹੋ, ਬਾਲ ਕਿੰਨੀ ਦੂਰ ਜਾਊਗੀ ਇਹ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਜ਼ੋਰ ਨਾਲ ਪੈਰ ਮਾਰਿਆ, ਤੇ ਬਾਲ ਕਿਹੜੀ ਦਿਸ਼ਾ 'ਚ ਜਾਊਗੀ ਇਹ ਵੀ ਇਸ ਚੀਜ਼ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਦਿਸ਼ਾ ਵੱਲ ਕਰਕੇ ਪੈਰ ਮਾਰਿਆ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀ ਫੋਰਸ ਹੈ, ਫੋਰਸ ਦਾ ਮੈਗਨੀਚਿਊਡ ਵੀ ਹੁੰਦਾ ਤੇ ਡਾਇਰੈਕਸ਼ਨ ਵੀ ਹੁੰਦੀ ਹੈ, ਮਤਲਬ ਪਰਿਮਾਣ ਵੀ ਹੁੰਦਾ ਤੇ ਦਿਸ਼ਾ ਵੀ ਹੁੰਦੀ ਹੈ। ਇਸ ਕਰਕੇ ਇਹ ਇੱਕ ਸਦਿਸ਼ ਰਾਸ਼ੀ ਹੈ, ਵੈਕਟਰ ਕੁਆਂਟੀਟੀ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਮ ਤੌਰ ਤੇ ਫੋਰਸ ਨੂੰ ਅਸੀਂ ਐਫ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਐਸਆਈ ਯੂਨਿਟ ਹੈ ਜਿਹੜੇ ਫੋਰਸ ਦੇ ਉਹ ਨਿਊਟਨ ਹੈ। ਇੰਪੋਰਟੈਂਟ ਕੁਐਸਚਨ ਹੈ ਬੇਟਾ, ਬਲ ਦੀ ਐਸਆਈ ਇਕਾਈ ਨਿਊਟਨ ਹੈ। ਇੱਕ ਨਿਊਟਨ ਕਹਿੰਦੇ ਕਿਹਦੇ ਬਰਾਬਰ ਹੁੰਦਾ ਹੈ, 1 ਕਿਲੋਗ੍ਰਾਮ ਗੁਣਾ 1 ਮੀਟਰ ਪ੍ਰਤੀ ਸੈਕਿੰਡ ਸਕੁਅਰ। ਮਤਲਬ ਅਗਰ 1 ਕਿਲੋਗ੍ਰਾਮ ਭਾਰ ਵਾਲੀ ਵਸਤੂ, 1 ਕਿਲੋਗ੍ਰਾਮ ਭਾਰ ਵਾਲੀ ਵਸਤੂ ਵਿੱਚ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਦਾ ਪ੍ਰਵੇਗ ਪੈਦਾ ਕਰਨ ਲਈ ਜੋ ਬਲ ਚਾਹੀਦਾ ਹੈ ਉਹ 1 ਨਿਊਟਨ ਹੈ। ਠੀਕ ਹੈ, ਮਤਲਬ ਕਈ ਵਾਰ ਆਪਾਂ ਨੂੰ ਕੁਐਸਚਨ ਆ ਜਾਂਦਾ ਵੀ 1 ਨਿਊਟਨ, ਅਸੀਂ ਕਹਿ ਤਾਂ ਦਿੱਤਾ ਵੀ ਫੋਰਸ ਦੀ ਜਿਹੜੀ ਯੂਨਿਟ ਹੈ ਉਹ ਨਿਊਟਨ ਹੈ। ਨਿਊਟਨ ਹੁੰਦਾ ਕੀ ਹੈ, ਤਾਂ 1 ਨਿਊਟਨ ਇਜ਼ ਦਾ ਫੋਰਸ, 1 ਨਿਊਟਨ ਕੀ ਹੈ, ਇਜ਼ ਦਾ ਫੋਰਸ required to produce an acceleration of 1 meter per second square in a body of mass 1 kg। ਠੀਕ ਹੈ, ਤਾਂ ਇੱਥੇ ਵੀ ਤੁਸੀਂ ਅਗਰ ਭਾਰ ਨਾਲ ਆਪਾਂ ਨੂੰ ਦਿੱਕਤ ਲੱਗਦੀ ਹੈ ਤਾਂ ਇੱਥੇ ਤੁਸੀਂ ਪੁੰਜ ਵੀ ਲਿਖ ਸਕਦੇ ਹੋ। ਤਾਂ ਠੀਕ ਹੈ, ਪੁੰਜ ਵੀ ਲਿਖ ਸਕਦੇ ਹੋ। ਤਾਂ 1 ਕਿਲੋਗ੍ਰਾਮ ਮਾਸ ਵਾਲੀ ਬਾਡੀ ਦੇ ਵਿੱਚ ਅਗਰ ਆਪਾਂ 1 ਮੀਟਰ ਪਰ ਸੈਕਿੰਡ ਸਕੁਅਰ ਦਾ ਐਕਸਲਰੇਸ਼ਨ ਪ੍ਰੋਡਿਊਸ ਕਰਨਾ ਹੈ ਤਾਂ ਜਿੰਨੀ ਫੋਰਸ ਰਿਕੁਆਇਰਡ ਹੈ ਦੈਟ ਇਜ਼ 1 ਨਿਊਟਨ। ਆਪਾਂ ਨੂੰ ਕੁਐਸਚਨ ਆਉਂਦਾ ਕਿ ਐਸਆਈ ਯੂਨਿਟ ਕੀ ਹੈ, ਤਾਂ ਨਿਊਟਨ ਹੈ। ਤੇ ਜੇ ਇਹ ਵੀ ਕੁਐਸਚਨ ਆ ਜਾਂਦਾ ਕਿ ਜੋ ਆ ਵਰਡਿੰਗ ਲਿਖੀ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ। ਤਾਂ ਐਸਆਈ ਦੇ ਨਾਲ ਆਪਣੇ ਕੋਲੇ ਦੂਜਾ ਸਿਸਟਮ ਹੁੰਦਾ ਬੇਟਾ ਸੀਜੀਐਸ ਸਿਸਟਮ। ਸੀਜੀਐਸ ਸੈਂਟੀਮੀਟਰ ਗ੍ਰਾਮ ਸੈਕਿੰਡ। ਸੀ ਦਾ ਮਤਲਬ ਹੁੰਦਾ ਸੈਂਟੀਮੀਟਰ, ਜੀ ਦਾ ਮਤਲਬ ਗ੍ਰਾਮ, ਐਸ ਦਾ ਮਤਲਬ ਸੈਕਿੰਡ। ਤਾਂ ਇੱਥੇ ਜਿਹੜਾ ਯੂਨਿਟ ਹੈ ਨਿਊਟਨ ਹੈ, ਸੀਜੀਐਸ ਦੇ ਵਿੱਚ ਇਹਦਾ ਯੂਨਿਟ ਹੁੰਦਾ ਬੇਟਾ ਡਾਈਨ। ਠੀਕ ਹੈ, ਤਾਂ ਸੀਜੀਐਸ ਚ ਕਿਲੋਗ੍ਰਾਮ ਦੀ ਜਗ੍ਹਾ ਗ੍ਰਾਮ ਹੋ ਜਾਊਗਾ। ਤਾਂ ਅਗਰ ਆਪਾਂ ਕਿਲੋਗ੍ਰਾਮ ਦੀ ਗੱਲ ਕਰੀਏ ਤਾਂ 1 ਕਿਲੋਗ੍ਰਾਮ ਨੂੰ ਆਪਾਂ ਕੀ ਲਿਖ ਲਾਂਗੇ, 1000 ਗ੍ਰਾਮ। ਮੀਟਰ ਦੀ ਜਗ੍ਹਾ ਕੀ ਹੋ ਜੂ ਬੇਟਾ ਸੈਂਟੀਮੀਟਰ, ਤਾਂ 1 ਮੀਟਰ ਦੀ ਜਗ੍ਹਾ ਅਸੀਂ ਕੀ ਲਿਖ ਲਾਂਗੇ 100 ਸੈਂਟੀਮੀਟਰ। ਸੈਕਿੰਡ ਦਾ ਸੈਕਿੰਡ ਹੀ ਰਹੂਗਾ, ਹਨਾ। ਸੈਂਟੀਮੀਟਰ, ਮੀਟਰ ਦਾ ਸੈਂਟੀਮੀਟਰ ਬਣਾਤਾ, ਕਿਲੋਗ੍ਰਾਮ ਦਾ ਗ੍ਰਾਮ ਬਣਾਤਾ, ਸੈਕਿੰਡ ਦਾ ਸੈਕਿੰਡ ਰਹੂ। ਤਾਂ ਕਿੰਨਾ ਹੋ ਗਿਆ, ਇਹ ਬਣ ਗਿਆ ਆਪਣੇ ਕੋਲੇ 1000 ਗੁਣਾ 100 ਮਤਲਬ 10 ਦੀ ਪਾਵਰ 3 ਗੁਣਾ 10 ਦੀ ਪਾਵਰ 2 ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਤਾਂ ਆ ਕੁੱਲ ਮਿਲਾ ਕੇ ਕਿੰਨਾ ਹੋ ਗਿਆ ਬੇਟਾ 10 ਦੀ ਪਾਵਰ 5। ਇਹਦਾ ਮਤਲਬ ਜਿਹੜਾ 1 ਨਿਊਟਨ ਹੈ ਉਹ 10 ਦੀ ਪਾਵਰ 5 ਡਾਈਨਸ ਦੇ ਬਰਾਬਰ ਹੋਊਗਾ। ਇਹ ਵੀ ਸਾਨੂੰ ਕੁਐਸਚਨ ਬਣੂਗਾ। ਇਹ ਵੀ ਕੁਐਸਚਨ ਬਣੂਗਾ ਕਿ ਫੋਰਸ ਹੈ ਜਿਹੜੀ ਉਹ ਵੈਕਟਰ ਕੁਆਂਟੀਟੀ ਹੈ। ਇਹ ਵੀ ਆਪਣੇ ਕੋਲੇ ਕੁਐਸਚਨ ਬਣੂਗਾ ਕਿ ਐਸਆਈ ਯੂਨਿਟ ਕੀ ਹੈ ਫੋਰਸ ਦਾ, ਸੀਜੀਐਸ ਸਿਸਟਮ ਕੀ ਹੈ ਉਹ ਵੀ ਪੁੱਛਣਗੇ ਜੀ। ਨਿਊਟਨ ਤੇ ਡਾਈਨ ਦਾ ਆਪਸ ਕੀ ਰਿਲੇਸ਼ਨ ਹੈ ਉਹ ਵੀ ਕੁਐਸਚਨ ਬਣੂਗਾ। ਇਹ ਵੀ ਕੁਐਸਚਨ ਬਣੂਗਾ ਕਿ 1 ਨਿਊਟਨ ਬਲ 1 ਕਿਲੋਗ੍ਰਾਮ ਪੁੰਜ ਵਾਲੀ ਵਸਤੂ ਵਿੱਚ ਕਿੰਨਾ ਪ੍ਰਵੇਗ ਪੈਦਾ ਕਰਦਾ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਦਾ। ਠੀਕ ਹੈ, ਤਾਂ ਇਹ ਸਾਰੇ ਇਸ ਟੌਪਿਕ ਚੋਂ 5-6 ਕੁਐਸਚਨ ਬਣਨਗੇ ਜੋ ਕਿ ਆਪਾਂ ਨੇ ਯਾਦ ਰੱਖਣਾ। ਨੈਕਸਟ ਹੈ ਗ੍ਰੈਵਿਟੇਸ਼ਨਲ ਯੂਨਿਟ ਆਫ ਫੋਰਸ। ਠੀਕ ਹੈ, ਬਲ ਦੀ ਗੁਰਤਾਕਰਸ਼ਣ ਇਕਾਈ, ਇਹਦਾ ਕੋਈ ਜ਼ਿਆਦਾ ਯੂਜ਼ ਨਹੀਂ ਹੁੰਦਾ, ਮਤਲਬ ਅਸੀਂ ਭਾਰ ਦੇ ਤੌਰ ਤੇ ਇਹਨੂੰ ਲੈ ਕੇ ਚੱਲਦੇ ਹਾਂ। ਸਿਰਫ ਇਹ ਯਾਦ ਰੱਖਣਾ ਹੈ ਕਿ ਸੀਜੀਐਸ ਸਿਸਟਮ ਦੇ ਵਿੱਚ ਜਿਹੜਾ ਗ੍ਰੈਵਿਟੇਸ਼ਨਲ ਯੂਨਿਟ ਹੈ ਉਹ ਕਿਲੋਗ੍ਰਾਮ ਫੋਰਸ ਹੈ, ਤੇ ਸੀਜੀਐਸ ਸਿਸਟਮ ਚ ਕਿਉਂਕਿ ਕਿਲੋਗ੍ਰਾਮ ਦੀ ਜਗ੍ਹਾ ਗ੍ਰਾਮ ਹੋ ਜਾਂਦਾ ਤਾਂ ਗ੍ਰਾਮ ਫੋਰਸ ਹੈ। ठीक है, तो 1 किलोग्राम फोर्स मतलब 1 किलोग्राम गुना 9.8 मीटर पर सेकंड स्क्वायर। ग्रेविटी वाली वैल्यू लेती है बेटा, ग्रेविटी आप पढ़ांगे ग्रेविटेशन चैप्टर च।
ठीक है। तो 9.8 न्यूटन होंगी है और ये 989, सिर्फ ये वैल्यूज याद रखनी है बस। इन्हों का सीधा क्वेश्चन तुहानू ये आऊगा कि 1 किलोग्राम फोर्स किहदे बराबर होंगी है 9.8 न्यूटन दे, ते 1 ग्राम फोर्स किहदे बराबर होंगी है 989 दे। नैक्सट है इनर्शिया। इस चैप्टर का बहुत इंपॉर्टेंट टॉपिक है बेटा इनर्शिया, जिन्होंने आप कहने हैं जड़ता। ठीक है, जड़ता जिमें आप आम भी कह दें ना यार तू तो जमा ही जड़ हो गया, भी जड़ मतलब जिमें है उमें ही पिया रह गया, है ना। तो जड़ मतलब स्टेबल वास्ते आप यूज करते हैं वर्ड। तो इनर्शिया की चीज है, कहते इन द एबसेंस ऑफ एक्सटर्नल फोर्स, मतलब बाहरी बल ਦੀ अनहोंद विच, मतलब जदों बाहरों कोई बल नहीं लाया जा रहा। ठीक है, द इनएबिलिटी ऑफ ए बॉडी टू चेंज इट्स स्टेट बाय इटसेल्फ इज कॉल्ड इनर्शिया। ठीक है, कहते बाहरी बल ਦੀ अनहोंद विच वस्तु की अपनी स्थिति ਨੂੰ अपने आप बदलन विच असमर्थता ਨੂੰ जड़ता कहा जाता है। ठीक है, ਤਾਂ ਜਿਵੇਂ ਆਪਾਂ ਕਹਿੰਦੇ ਨਾ ਕਿ ਆ ਪੈਨਸਿਲ ਹੈ, ਮੰਨ ਲਓ ਪੈਨਸਿਲ ਨੂੰ ਆਪਾਂ ਟੇਬਲ ਤੇ ਰੱਖ ਦਈਏ, ਤਾਂ ਜਦੋਂ ਤੱਕ ਇਹਨੂੰ ਅਸੀਂ ਕੋਈ ਬੱਚਾ ਆ ਕੇ ਛੇੜਦਾ ਨਹੀਂ ਜਾਂ ਕੋਈ ਮੈਂ ਨਹੀਂ ਚੱਕਦਾ ਜਾਂ ਕੋਈ ਹੋਰ ਆ ਕੇ ਇਹਨੂੰ ਹਿਲਾਉਂਦਾ ਨਹੀਂ, ਤਾਂ ਇਹ ਇੱਥੇ ਹੀ ਪਈ ਰਹੂਗੀ। ਠੀਕ ਹੈ, दैट इज इनर्शिया, कि ਜਦੋਂ ਤੱਕ ਕਿਸੇ ਵਸਤੂ ਉੱਤੇ ਕੋਈ ਬਾਹਰੀ ਬਲ ਨਹੀਂ ਲੱਗਦਾ ਤਾਂ ਵਸਤੂ ਆਪਣੀ ਸਥਿਤੀ ਨੂੰ ਆਪਣੇ ਆਪ ਨਹੀਂ ਬਦਲ ਸਕਦੀ। ਠੀਕ ਹੈ, it may also be defined as the objects do not change their state unless acted upon by external forces। ਕਹਿੰਦੇ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਵਸਤੂਆਂ ਨੇ, ਠੀਕ ਹੈ, ਵਸਤੂਆਂ ਆਪਣੀ ਸਥਿਤੀ ਉਦੋਂ ਤੱਕ ਨਹੀਂ ਬਦਲਦੀਆਂ ਜਦੋਂ ਤੱਕ ਕਿ ਬਾਹਰੀ ਬਲ ਦੁਆਰਾ ਕਾਰਵਾਈ ਨਹੀਂ ਕੀਤੀ ਜਾਂਦੀ। ਤਾਂ ਆਪਾਂ ਦੇਖਦੇ ਹਾਂ ਆਪਣੇ ਘਰੇ ਕੋਈ ਵੀ ਸਮਾਨ ਹੈ ਉਹ ਉੱਥੇ ਹੀ ਪਿਆ ਰਹਿੰਦਾ ਜਦੋਂ ਤੱਕ ਆਪਾਂ ਉਹਨੂੰ ਛੇੜਦੇ ਨਹੀਂ, ਆਪਾਂ ਉਹਨੂੰ ਚੱਕ ਕੇ ਨਹੀਂ ਰੱਖਦੇ। ਠੀਕ ਹੈ, ਤਾਂ ਉੱਥੇ ਹੀ ਪਿਆ ਰਹੂਗਾ। ਤਾਂ ਜਿਵੇਂ ਹੁੰਦਾ ਨਾ ਵੀ ਆਪਾਂ ਕਹਿੰਦੇ ਵੀ ਕੱਪੜੇ ਧੋ ਕੇ ਸੁਕਾ ਕੇ ਰੱਖਤੇ, ਜਦੋਂ ਤੱਕ ਉਹਨੂੰ ਚੱਕ ਕੇ ਅਲਮਾਰੀ 'ਚ ਨਾ ਰੱਖੋ 4 ਦਿਨ ਉੱਥੇ ਪਏ ਰਹਿਣਗੇ। ਠੀਕ ਹੈ, ਲਾਂਬੇ ਆਉਂਦੇ ਆ ਤਾਂ ਯਾਦ ਆ ਜਾਂਦੀ ਹੈ ਗੱਲ। ਠੀਕ ਹੈ, ਤਾਂ ਟਾਈਪਸ ਆਫ ਇਨਰਸ਼ੀਆ। ਤਾਂ ਟਾਈਪਸ ਆਫ ਇਨਰਸ਼ੀਆ ਜੜਤਾ ਦੀਆਂ ਕਿਸਮਾਂ, ਇਹਦੇ ਬਹੁਤ ਸਾਰੇ ਕੁਐਸਚਨ ਬਣਨਗੇ ਬੇਟਾ ਆਪਣੇ ਕੋਲ। ਠੀਕ ਹੈ, ਇਨਰਸ਼ੀਆ ਦੀਆਂ 3 ਟਾਈਪਸ ਹੁੰਦੀਆਂ। 3 ਟਾਈਪਸ ਕਿਹੜੀਆਂ ਨੇ? ਠੀਕ ਹੈ, ਤਿੰਨੋਂ ਆਪਾਂ ਡਿਸਕਸ ਕਰਾਂਗੇ। ਇੱਕ ਹੈਗੀ ਹੈ ਇਨਰਸ਼ੀਆ ਆਫ ਰੈਸਟ, ਇਨਰਸ਼ੀਆ ਆਫ ਮੋਸ਼ਨ ਤੇ ਇਨਰਸ਼ੀਆ ਆਫ ਡਾਇਰੈਕਸ਼ਨ। ਤਾਂ ਤਿੰਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਬੇਟਾ। ਰੈਸਟ मतलब विराम ਦੀ ਜੜਤਾ, ਮੋਸ਼ਨ मतलब ਗਤੀ ਦੀ ਜੜਤਾ ਤੇ ਡਾਇਰੈਕਸ਼ਨ मतलब ਦਿਸ਼ਾ ਦੀ ਜੜਤਾ। ਤਾਂ ਕਈ ਵਾਰ ਤਾਂ ਆਪਾਂ ਨੂੰ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਇਨਰਸ਼ੀਆ ਦੀਆਂ ਕਿੰਨੀਆਂ ਟਾਈਪਸ ਹੈ, ਤਾਂ 1 2 3 4 ਆਪਸ਼ਨ ਆ ਜਾਣ ਤਾਂ ਉੱਥੇ ਆਨਸਰ ਆ ਜਾਊਗਾ 3, ਕਿ ਇਹਦੀਆਂ 3 ਟਾਈਪਸ ਹੁੰਦੀਆਂ। ਤਾਂ ਸਾਰਿਆਂ ਨਾਲੋਂ ਪਹਿਲਾਂ ਬੇਟਾ ਇਨਰਸ਼ੀਆ ਆਫ ਰੈਸਟ, ਵਿਰਾਮ ਦੀ ਜੜਤਾ ਹੁੰਦੀ ਕੀ ਹੈ? ਕਹਿੰਦੇ ਵਿਰਾਮ ਦੀ ਕਹਿੰਦੇ a body at rest will remain at rest unless some external force change its state, this is called inertia of rest। मतलब ਕਹਿੰਦੇ ਜੇਕਰ ਵਸਤੂ ਵਿਰਾਮ ਅਵਸਥਾ ਵਿੱਚ ਹੈ ਤਾਂ ਉਹ ਵਿਰਾਮ ਅਵਸਥਾ ਵਿੱਚ ਹੀ ਰਹੇਗੀ ਜਦੋਂ ਤੱਕ ਕੋਈ ਬਾਹਰੀ ਬਲ, ਸ਼ਕਤੀ ਕਹ ਲੋ, ਬਲ ਕਹ ਲੋ, ਬਲ ਆਊ ਵੈਸੇ ਤੇ ਬਾਹਰੀ ਬਲ ਉਸ ਦੀ ਸਥਿਤੀ ਨੂੰ ਨਹੀਂ ਬਦਲਦਾ। ਠੀਕ ਹੈ, ਇਸ ਨੂੰ ਵਿਰਾਮ ਦੀ ਜੜਤਾ ਕਿਹਾ ਜਾਂਦਾ ਹੈ। ਤਾਂ ਕੋਈ ਵੀ ਵਸਤੂ ਹੈਗੀ ਹੈ ਜਿਹੜੀ ਬੇਟਾ ਉਹ ਆਪਦੀ ਉਸੇ ਪੋਜੀਸ਼ਨ 'ਚ ਪਈ ਰਹਿੰਦੀ ਹੈ ਜਦੋਂ ਤੱਕ ਉਹਨੂੰ ਕੋਈ ਆ ਕੇ ਬਾਹਰੋਂ ਉਹਦੇ ਉੱਤੇ ਬਲ ਨਹੀਂ ਲਗਾਉਂਦਾ। ਠੀਕ ਹੈ, ਤਾਂ ਇਹਦਾ ਯੂਜ਼ ਕਿੱਥੇ ਕਿੱਥੇ ਹੁੰਦਾ ਵਿਰਾਮ ਦੀ ਜੜਤਾ ਦਾ? ਦੇਖੋ ਇੱਕ ਐਕਸਪੈਰੀਮੈਂਟ ਹੈ, ਨਾਰਮਲੀ ਆਪਾਂ ਸਾਰੇ ਬੱਚਿਆਂ ਨੇ ਬਚਪਨ 'ਚ ਆਪਦੇ ਕੀਤਾ ਹੁੰਦਾ। ਠੀਕ ਹੈ, ਜਦੋਂ ਆਪਾਂ ਨੂੰ ਥੋੜੀ ਜਿਹੀ ਅਕਲ ਆ ਜਾਂਦੀ ਹੈ ਤਾਂ ਆਪਾਂ ਆਪਦੇ ਤੋਂ ਛੋਟੇ ਬੱਚਿਆਂ ਨੂੰ ਜਾਦੂ ਕਰਕੇ ਦਿਖਾਉਣ ਲੱਗ ਜਾਂਦੇ ਆ, ਤਾਂ ਇਹ ਉਹ ਜਾਦੂ ਹੈ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ, ਇੱਕ ਗਿਲਾਸ ਹੈ, गिलास के उत्ते एक कागज रखा हुआ बेटा, कागज के उपर एक कॉइन रखा हुआ सिक्का। ठीक है, तो तुसी जे नहीं कदे किया तो हुण करके देखियो, कापी का कागज ले लियो, ठीक है, गिलास के उत्ते रख दियो, एक सिक्का रख दियो ते पिया रहन दो। जदों उस तो बाद आपां वो कागज नूं पकड़ के झटके नाल आपां खिंचदे हैं, ठीक है, तो कागज तो की हुंदा साडे हत्थ च आ जांदा, सिक्का की है, सिक्का कागज के नाल नाल उपरों नहीं आउंदा, सिक्का की हुंदा गिलास च गिर जांदा। कारण की है ਉਹਦਾ? ਕਹਿੰਦੇ ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕਾਗਜ਼ ਨੂੰ ਪਕੜ ਕੇ ਖਿੱਚਦੇ ਹਾਂ ਤਾਂ ਕਾਗਜ਼ 'ਚ ਤਾਂ ਗਤੀ ਪੈਦਾ ਹੋ ਜਾਂਦੀ ਹੈ, ਪਰ ਜਿਹੜਾ ਸਿੱਕਾ ਹੈ, ਸਿੱਕਾ ਆਪਦੀ ਜਿਹੜੀ ਪੋਜੀਸ਼ਨ 'ਚ ਹੈਗਾ ਉਸੇ ਪੋਜੀਸ਼ਨ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਮੈਂ ਤਾਂ ਇੱਥੇ ਪਿਆ ਸੀ, ਇੱਥੇ ਪਿਆ ਰਵਾਂ, ਤਾਂ ਕਾਗਜ਼ ਨੀਚੋਂ ਨਿਕਲ ਜਾਂਦਾ ਤਾਂ ਸਿੱਕਾ ਗਿਰ ਜਾਂਦਾ ਹੈ। ਠੀਕ ਹੈ, ਇਹਦੀ ਦੂਸਰੀ ਐਗਜ਼ਾਮਪਲ ਹੈ ਬੇਟਾ ਕਿ ਜਿਹੜੇ ਪੇੜ ਹੁੰਦੇ ਆ, ਪੇੜਾਂ ਦੇ ਉੱਤੋਂ ਪੱਤੇ ਕਿਉਂ ਗਿਰਦੇ ਆ?
ठीक है। ਤਾਂ पेड़ है, पेड़ आराम नाल खड़ा जी ਜਦੋਂ ਪੱਤੇ ਕਮਜ਼ੋਰ ਹੋ ਜਾਂਦੇ ਆ, ਪੱਤੇ ਜਿਹੜੇ ਏਜਡ ਹੋ ਜਾਂਦੇ ਆ ਤਾਂ ਉਹਨਾਂ ਦਾ ਬੌਂਡ ਕਮਜ਼ੋਰ ਹੋ ਜਾਂਦਾ, ਠੀਕ ਹੈ, ਪਰ ਉਹ ਉੱਥੇ ਲਟਕਦੇ ਰਹਿੰਦੇ ਆ। ਲੇਕਿਨ ਜਦੋਂ ਹੀ ਹਵਾ ਚੱਲਦੀ ਹੈ, ਹਵਾ ਚੱਲਣ ਨਾਲ ਕੀ ਹੁੰਦਾ ਹੈ, ਹਵਾ ਚੱਲਣ ਨਾਲ ਟਾਹਣੀਆਂ ਹਿਲਦੀਆਂ, ਠੀਕ ਹੈ, ਟਾਹਣੀਆਂ ਹਿਲਦੀਆਂ ਤਾਂ ਟਾਹਣੀ ਤਾਂ ਹਿੱਲ ਜਾਂਦੀ ਹੈ, ਪੱਤਾ ਉੱਥੇ ਹੀ ਖੜਾ ਰਹਿ ਜਾਂਦਾ, ਤਾਂ ਉਹਦਾ ਜੋੜ ਕਮਜ਼ੋਰ ਹੁੰਦਾ, ਜੋੜ ਟੁੱਟ ਜਾਂਦਾ ਤੇ ਪੱਤਾ ਨੀਚੇ ਗਿਰ ਜਾਂਦਾ। ਇਸੇ ਕਰਕੇ ਕਈ ਵਾਰ ਅਸੀਂ ਬਚਪਨ ਚ ਕੀਤਾ ਵੀ ਹੋਣਾ ਕਿ ਪਤਲੇ ਜਿਹੇ ਪੇੜ ਹੁੰਦੇ ਉਹਨਾਂ ਨੂੰ ਪਕੜ ਕੇ ਹਿਲਾਉਂਦੇ ਆ, ਤਾਂ ਹਿਲਾਉਣ ਨਾਲ ਕੀ ਹੁੰਦਾ ਹੈ, ਪੱਤੇ ਜਾਂ ਫੁੱਲ ਉਹਦੇ ਉੱਤੇ ਹੁੰਦੇ ਆ ਉਹ ਲੈ ਕੇ ਗਿਰ ਜਾਂਦੇ ਆ। ਤਾਂ ਦੇਖੋ ਕਿ ਸਾਰੇ ਪੱਤੇ ਨਹੀਂ ਗਿਰਦੇ ਜਾਂ ਸਾਰੇ ਫੁੱਲ ਨਹੀਂ ਗਿਰਦੇ, ਤਾਂ ਸਿਰਫ ਉਹ ਗਿਰਦੇ ਆ ਜਿਹੜੇ ਕਿ ਕਮਜ਼ੋਰ ਹੁੰਦੇ। ਇੱਕ ਹੋਰ ਇਹਦੀ ਐਪਲੀਕੇਸ਼ਨ ਹੈ ਬੇਟਾ ਕਿ ਕਈ ਵਾਰ ਕੀ ਹੁੰਦਾ, ਆਪਾਂ ਘਰਾਂ ਦੇ ਵਿੱਚ ਦੇਖਦੇ ਆ ਕਿ ਆਪਾਂ ਕੋਈ ਦਰੀ ਝਾੜਨੀ ਆ, ਤਾਂ ਆਪਾਂ ਕੀ ਹੈ, ਦਰੀ ਇਸ ਤਰ੍ਹਾਂ ਲਟਕਾਉਂਦੇ ਆ, ਠੀਕ ਹੈ, ਤਾਂ ਉਹਨੂੰ ਇੱਕ ਡੰਡੇ ਨਾਲ ਇਸ ਤਰ੍ਹਾਂ ਠੋਕਦੇ ਆ, ਤਾਂ ਦਰੀ ਨੂੰ ਇਸ ਤਰ੍ਹਾਂ ਠੋਕਣ ਨਾਲ ਕੀ ਹੁੰਦਾ, ਜਿਹੜੀ ਉਹਦੀ ਮਿੱਟੀ ਹੈ ਉਹ ਉੜਦੀ ਹੈ ਨਾ। ਉਹ ਕਿਉਂ ਉੜਦੀ ਹੈ, ਕਿਉਂਕਿ ਜਦੋਂ ਅਸੀਂ ਦਰੀ ਨੂੰ ਠੋਕਦੇ ਆ ਤਾਂ ਦਰੀ ਤਾਂ ਸਾਈਡ ਤੇ ਹੋ ਜਾਂਦੀ ਹੈ, ਜਿਹੜੇ ਧੂੜ ਦੇ ਕਣ ਉਹਦੇ ਨਾਲ ਚਿਪਕੇ ਹੋਏ ਹੁੰਦੇ ਆ ਤਾਂ ਉਹ ਆਪਦੀ ਜਗ੍ਹਾ ਤੇ ਉੱਥੇ ਹੀ ਖੜੇ ਰਹਿੰਦੇ ਆ, ਦਰੀ ਸਾਈਡ ਤੇ ਹੋ ਗਈ, ਉਹ ਕਣ ਨੀਚੇ ਡਿੱਗ ਜਾਂਦੇ ਆ, ਠੀਕ ਹੈ, ਤਾਂ ਫਿਰ ਉਹ ਹਵਾ ਨਾਲ ਉੱਪਰ ਉੱਠਦੇ ਆ। ਤਾਂ ਇਹ ਸਾਰੀਆਂ ਇਹਦੀਆਂ ਐਗਜ਼ਾਮਪਲਸ ਨੇ, ਇਹਦੇ ਯੂਜ਼ ਹੈ ਕਿ ਇਨਰਸ਼ੀਆ ਆਫ ਰੈਸਟ ਕੀ ਹੁੰਦਾ। ਤਾਂ ਆਮ ਤੌਰ ਤੇ ਇਹਦੇ ਵਿੱਚ ਅਸੀਂ ਇੱਕ ਹੋਰ ਐਗਜ਼ਾਮਪਲ ਹੈ, ਫੋਟੋ ਆਪਾਂ ਇੱਥੇ ਲਗਾਤੀ, ਠੀਕ ਹੈ, ਤਾਂ ਇਹ ਗਤੀ ਵਾਲੇ ਚ ਹੈ। ਤਾਂ ਇਸੇ ਤਰ੍ਹਾਂ ਦੀ ਇੱਕ ਤੁਸੀਂ ਹੋਰ ਐਗਜ਼ਾਮਪਲ ਦੇਖੀ ਹੋਣੀ ਹੈ ਆਮ ਤੌਰ ਤੇ ਕਿ ਜਦੋਂ ਅਸੀਂ ਬੱਸ ਦੇ ਵਿੱਚ ਖੜੇ ਹੁੰਨੇ ਆ ਤੇ ਅਚਾਨਕ ਬੱਸ ਚੱਲ ਪੈਂਦੀ ਹੈ, ਤਾਂ ਅਸੀਂ ਕਿਹੜੇ ਪਾਸੇ ਨੂੰ ਗਿਰਦੇ ਹਾਂ, ਜੇ ਮੰਨ ਲਓ ਕੋਈ ਬੰਦਾ ਬੱਸ ਦੇ ਵਿੱਚ ਖੜਾ ਹੈ ਤੇ ਬੱਸ ਅਚਾਨਕ ਚੱਲਦੀ ਹੈ ਤਾਂ ਉਸ ਬੰਦੇ ਨੂੰ ਝਟਕਾ ਲੱਗਦਾ ਹੈ, ਤਾਂ ਉਹ ਬੰਦਾ ਗਿਰਦਾ ਹੈ, ਕਿਹੜੇ ਪਾਸੇ ਨੂੰ ਗਿਰਦਾ ਹੈ, ਤਾਂ ਉਹ ਆਪਣੇ ਪਿਛਲੇ ਪਾਸੇ ਗਿਰਦਾ ਹੈ। ਕਾਰਨ ਕੀ ਹੈ ਕਿ ਜਦੋਂ ਬੱਸ ਚੱਲਣਾ ਸ਼ੁਰੂ ਕਰਦੀ ਹੈ ਤਾਂ ਬੰਦੇ ਦੇ ਜਿਹੜੇ ਪੈਰ ਹੈ, ਪੈਰ ਬੱਸ ਦੀ ਸਤਹ ਨਾਲ ਲੱਗੇ ਹੋਏ ਆ, ਤਾਂ ਬੱਸ ਤੁਰੀ, ਬੱਸ ਦੀ ਸਤਹ ਤੁਰੀ ਤਾਂ ਉਹਦੇ ਪੈਰ ਵੀ ਤੁਰ ਪਏ। ਲੇਕਿਨ ਜਿਹੜਾ ਉਹਦਾ ਉੱਪਰਲਾ ਹਿੱਸਾ ਹੈ ਉਹ ਹਵਾ 'ਚ ਹੈ, ਠੀਕ ਹੈ, ਤਾਂ ਜਦੋਂ ਪੈਰ ਇੱਕੋ ਦਮ ਅੱਗੇ ਚਲੇ ਗਏ ਤੇ ਉੱਪਰਲਾ ਹਿੱਸਾ ਕਹਿੰਦਾ ਵੀ ਮੈਂ ਤਾਂ ਇੱਥੇ ਖੜਾ, ਇੱਥੇ ਹੀ ਖੜਾ ਰਵਾਂ, ਠੀਕ ਹੈ, ਜੜਤਾ ਦਾ ਨਿਯਮ ਆ ਜਾਂਦਾ, ਤਾਂ ਉਹ ਕੀ ਹੈ, ਪਿੱਛੇ ਨੂੰ ਉਹਨੂੰ ਝਟਕਾ ਵੱਜਦਾ, ਠੀਕ ਹੈ। ਤਾਂ ਇਹ ਸੀ ਆਪਣੇ ਕੋਲੇ ਬੇਟਾ ਇਨਰਸ਼ੀਆ ਆਫ ਰੈਸਟ। ਨੈਕਸਟ ਆਪਣੇ ਕੋਲੇ ਸੈਕੰਡ ਟਾਈਪ ਹੈ ਬੇਟਾ ਇਨਰਸ਼ੀਆ ਆਫ ਮੋਸ਼ਨ। inertia of motion ਦਾ ਮਤਲਬ ਇਹ body will always in नहीं आना बेटा, ਇੱਥੇ in हटा देने ਆਪਾਂ, a body will always remain in motion until some external force changes its state of motion। ਤਾਂ ਇੱਥੇ ਆਪਾਂ ਐ ਲਿਖਣਾ ਸੀ, ਇਹ body in motion ਲਿਖਣਾ ਸੀ, a body in motion will always remains in motion until some external force changes its state। मतलब एक गति च गति वाली वस्तु हमेशा गति च रहूगी, ठीक है, उदों तक वो गति च रहूगी ਜਦੋਂ तक कोई ਬਾਹਰੀ ਬਲ ਉਹਦੀ ਸਟੇਟ ਨੂੰ, ਉਹਦੀ ਸਥਿਤੀ ਨੂੰ ਚੇਂਜ ਨਹੀਂ ਕਰਦਾ। ਜਿਵੇਂ ਨਾ ਦੇਖੋ ਇੱਕ ਸਾਈਕਲ ਹੈ, ਸਾਈਕਲ ਵਾਲਾ ਆ ਰਿਹਾ, ਪੂਰੀ ਤੇਜ਼ੀ ਨਾਲ ਸਾਈਕਲ ਵਾਲਾ ਆ ਰਿਹਾ, ਸਾਈਕਲ ਆ ਰਿਹਾ ਤਾਂ ਅੱਗੇ ਕੀ ਆ ਗਿਆ, ਕੋਈ ਇੱਟ ਆ ਗਈ ਜਾਂ ਪੱਥਰ ਆ ਗਿਆ, ਤਾਂ ਜਦੋਂ ਟਕਰਾਇਆ ਸਾਈਕਲ ਤਾਂ ਨਾਲ ਦੀ ਨਾਲ ਰੁਕ ਗਿਆ, ਠੀਕ ਹੈ। ਲੇਕਿਨ ਆ ਜਿਹੜਾ ਇਨਸਾਨ ਸੀਗਾ ਇਹ ਤਾਂ ਗਤੀ 'ਚ ਸੀਗਾ, ਤਾਂ ਇਹ ਗਤੀ 'ਚ ਹੀ ਹੈ, ਤਾਂ ਇਹ ਕੀ ਹੋਇਆ, ਅੱਗੇ ਜਾ ਕੇ ਗਿਰ ਗਿਆ, ਠੀਕ ਹੈ। ਉਸੇ ਤਰੀਕੇ ਨਾਲ ਕੀ ਹੈ, ਜਿਵੇਂ ਆ ਪਰਸਨ ਬੈਠਾ ਹੈ ਬੱਸ 'ਚ ਜਾ ਰਿਹਾ, ਤਾਂ ਜਦੋਂ ਹੀ ਬੱਸ ਰੁਕੀ ਤਾਂ ਸੀਟ ਤਾਂ ਬੱਸ ਨਾਲ ਅਟੈਚ ਹੈ, ਉੱਥੇ ਹੀ ਰੁਕ ਗਈ, ਠੀਕ ਹੈ। ਲੇਕਿਨ ਉਹਦਾ ਜਿਹੜਾ ਹਿੱਸਾ ਹਵਾ 'ਚ ਹੈ ਇੰਨਾ, ਠੀਕ ਹੈ, ਇਹ ਜਿਹੜਾ ਹਿੱਸਾ ਤਾਂ ਅਟੈਚ ਹੁੰਦਾ ਫਿਰ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ, ਲੇਕਿਨ ਜਿਹੜਾ ਹਿੱਸਾ ਹਵਾ 'ਚ ਹੈ ਉੱਪਰ, ਤੇ ਇਹਨੂੰ ਜਦੋਂ ਅੱਗੇ ਨੂੰ ਝਟਕਾ ਵੱਜਦਾ ਕਿਉਂਕਿ ਬੱਸ ਇੱਕੋ ਦਮ ਰੁਕ ਗਈ, ਨਿਚਲਾ ਹਿੱਸਾ ਉਹਦਾ ਸਰੀਰ ਦਾ ਉੱਥੇ ਹੀ ਰੁਕ ਗਿਆ, ਲੇਕਿਨ ਅਗਲਾ ਹਿੱਸਾ ਅੱਗੇ ਨੂੰ ਚਲਾ। ਤਾਂ ਕਾਰਨ ਇਹ ਹੈ, ਉਹ ਕਹਿੰਦੇ ਵੀ ਜਿਹੜੀ ਚੀਜ਼ ਗਤੀ 'ਚ ਹੈ ਉਹ ਗਤੀ 'ਚ ਹੀ ਰਹਿਣਾ ਚਾਹੁੰਦੀ ਹੈ, ਕਹਿੰਦੇ ਵੀ ਮੈਨੂੰ ਜਦੋਂ ਤੱਕ ਕੋਈ ਫੋਰਸ ਰੋਕਦੀ ਨਹੀਂ, ਰੁਕਦੀ ਨਹੀਂ ਉਹ ਆਪਣੇ ਆਪ। ਤਾਂ ਜਦੋਂ ਇਹ ਜਾ ਰਿਹਾ ਸੀ ਸਾਈਕਲ ਤਾਂ ਰੁਕ ਗਿਆ, ਤਾਂ ਬੰਦਾ ਨਹੀਂ ਰੁਕਿਆ, ਇਹ ਅਚਾਨਕ ਜਾ ਕੇ ਗਿਰ ਗਿਆ, ਠੀਕ ਹੈ। ਤਾਂ ਇਹ ਐਗਜ਼ਾਮਪਲਸ ਬੇਟਾ ਕੁਐਸਚਨ ਬਣਾ ਕੇ ਪੁੱਛੇ ਜਾਣਗੇ ਵੀ ਇਨਰਸ਼ੀਆ ਦੀਆਂ ਟਾਈਪਸ ਕਿੰਨੀਆਂ, ਇਨਰਸ਼ੀਆ ਆਫ ਮੋਸ਼ਨ ਕੀ ਹੁੰਦਾ ਹੈ, ਇਨਰਸ਼ੀਆ ਆਫ ਰੈਸਟ ਕੀ ਹੁੰਦਾ ਹੈ। ਜੇ ਮੰਨ ਲਓ ਆਪਾਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਬੱਸ ਅਚਾਨਕ ਰੁਕਦੀ ਹੈ ਤਾਂ ਸਾਨੂੰ ਅੱਗੇ ਵੱਲ ਝਟਕਾ ਲੱਗਦਾ ਹੈ, ਇਹ ਕਾਦੀ ਐਗਜ਼ਾਮਪਲ ਹੈ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਨਰਸ਼ੀਆ ਆਫ ਮੋਸ਼ਨ ਦੀ ਐਗਜ਼ਾਮਪਲ ਹੈ। ਤੁਹਾਨੂੰ ਕੁਐਸਚਨ ਆਊਗਾ ਕਿ ਜੇ ਬੱਸ ਅਚਾਨਕ ਚੱਲਣਾ ਸ਼ੁਰੂ ਕਰਦੀ ਹੈ ਤਾਂ ਸਾਨੂੰ ਪਿੱਛੇ ਵੱਲ ਝਟਕਾ ਲੱਗਦਾ ਹੈ, ਤਾਂ ਇਹ ਕਾਦੀ ਐਗਜ਼ਾਮਪਲ ਹੈ, ਤਾਂ ਇਹ ਇਨਰਸ਼ੀਆ ਆਫ ਰੈਸਟ ਦੀ ਐਗਜ਼ਾਮਪਲ ਹੈ, ਠੀਕ ਹੈ। ਜੇ ਪੇੜਾਂ ਤੋਂ ਪੱਤੇ ਗਿਰ ਜਾਂਦੇ ਆ, ਦਰੀ ਚੋਂ ਧੂੜ ਦੇ ਕਣ ਅੱਡ ਹੋ ਜਾਂਦੇ, ਸਾਰੇ ਕੁਐਸਚਨ ਆਉਣਗੇ ਆਪਾਂ ਐਜ਼ ਇਟ ਇਜ਼ ਜੋ ਆਪਾਂ ਡਿਸਕਸ ਕਰ ਰਹੇ ਹਾਂ, ਇਹ ਸਾਰੇ ਇਸ ਟਾਈਪ ਦੇ ਆਪਾਂ ਨੂੰ ਪ੍ਰੈਕਟੀਕਲ ਕੁਐਸਚਨਸ ਬਣਦੇ ਆ। ਨੈਕਸਟ ਹੈ ਥਰਡ ਇਨਰਸ਼ੀਆ ਆਫ ਡਾਇਰੈਕਸ਼ਨ।
ठीक है। ए बॉडी मूविंग अलोंग स्ट्रेट लाइन इन ए पर्टिकुलर डायरेक्शन will always move in the same direction until some external force changes its direction। as नहीं आऊगा, ਇੱਥੇ ਆਊਗਾ its। ਠੀਕ ਹੈ, ਜਦੋਂ ਤੱਕ ਉਸ ਦੀ ਦਿਸ਼ਾ ਨਹੀਂ ਬਦਲਦਾ। ਕਹਿੰਦੇ ਇੱਕ ਖਾਸ ਦਿਸ਼ਾ ਵਿੱਚ ਸਿੱਧੀ ਰੇਖਾ ਦੇ ਨਾਲ ਚੱਲ ਰਹੀ ਇੱਕ ਵਸਤੂ ਹਮੇਸ਼ਾ ਉਸੇ ਦਿਸ਼ਾ ਵਿੱਚ ਚੱਲਦੀ ਰਹੇਗੀ ਜਦੋਂ ਤੱਕ ਕੋਈ ਬਾਹਰੀ ਸ਼ਕਤੀ ਉਸ ਦੀ ਸਥਿਤੀ ਨੂੰ ਨਹੀਂ ਬਦਲਦੀ। ਇਹਨੂੰ ਅਸੀਂ ਗਤੀ ਦੀ ਜੜਤਾ ਕਹਿੰਦੇ ਹਾਂ। ਇਹਦੇ ਨਾਲ ਕੀ ਹੁੰਦਾ ਹੈ, ਹੁਣ ਦੇਖੋ ਮੰਨ ਲਓ ਆ ਬੱਸ ਜਾ ਰਹੀ ਸੀ, ਬੱਸ ਜਾ ਰਹੀ ਹੈ, ਸਾਡੇ ਸਾਰਿਆਂ ਦਾ ਐਕਸਪੀਰੀਅੰਸ ਹੈ ਕਾਰ ਬੱਸ ਦੇ ਵਿੱਚ ਅਸੀਂ ਆਮ ਤੌਰ ਤੇ ਹੀ ਗਏ ਹੋਏ ਹਾਂ। ਠੀਕ ਹੈ, ਤਾਂ ਬੱਸ ਮੰਨ ਲਓ ਕਹਿੰਦਾ ਸਿੱਧੀ ਰੇਖਾ 'ਚ ਜਾ ਰਹੀ ਹੈ, ਅੱਗੇ ਅਚਾਨਕ ਮੋੜ ਆਇਆ, ਬੱਸ ਵਾਲੇ ਨੇ ਇੱਕੋ ਦਾ ਮੋੜ ਕੱਟਤਾ, ਇੱਕੋ ਦਾ ਮੋੜ ਕੱਟਤਾ ਤਾਂ ਆਪਾਂ ਨੂੰ ਕੀ ਹੈ, ਬੱਸ ਦੇ ਵਿੱਚ ਆਪਾਂ ਇੱਕ ਸਾਈਡ ਨੂੰ ਆਪਾਂ ਗਿਰ ਜਾਂਦੇ ਹਾਂ। ਕਾਰਨ ਕਿਉਂਕਿ ਬੱਸ ਮੰਨ ਲਓ ਇਸ ਦਿਸ਼ਾ 'ਚ ਜਾ ਰਹੀ ਸੀ ਬੇਟਾ ਸਿੱਧੀ, ਤਾਂ ਸਾਡੀ ਬੋਡੀ ਤਾਂ ਇਸੇ ਦਿਸ਼ਾ 'ਚ ਜਾ ਰਹੀ ਹੈ ਹਨਾ। ਜਦੋਂ ਬੱਸ ਇੱਕੋ ਦਮ ਇੱਧਰ ਨੂੰ ਮੁੜੀ ਤਾਂ ਸਾਡੀ ਬੋਡੀ ਇੱਧਰ ਨੂੰ ਜਾਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਸਾਨੂੰ ਇੱਧਰਲੀ ਸਾਈਡ ਨੂੰ ਝਟਕਾ ਲੱਗੂ, ਬਾਹਰਲੇ ਪਾਸੇ ਨੂੰ। ਜੇ ਬੱਸ ਐਵੇਂ ਮੁੜ ਰਹੀ ਹੈ ਸਾਨੂੰ ਇੱਧਰਲੇ ਪਾਸੇ ਨੂੰ ਝਟਕਾ ਲੱਗੂਗਾ। ਠੀਕ ਹੈ, ਜਿਵੇਂ ਉਹਨਾਂ ਬੱਸ ਦੇ ਅੰਦਰ ਦੀ ਫੋਟੋ ਲੈਤੀ ਆਪਾਂ ਨੇ, ਤਾਂ ਇਸ ਬੰਦੇ ਨੂੰ ਇੱਧਰਲੇ ਪਾਸੇ ਝਟਕਾ ਲੱਗਿਆ, ਤਾਂ ਪੈਰ ਇੱਧਰ ਹੈ ਨਾ, ਆ ਦੇਖੋ ਇਹਨਾਂ ਦਾ ਸਮਾਨ ਜਿਹੜਾ ਇਹ ਖਾ ਪੀ ਰਹੇ ਸੀ ਬੱਸ ਦੇ ਵਿੱਚ, ਤਾਂ ਸਾਰਾ ਇੱਧਰਲੇ ਪਾਸੇ ਗਿਰਿਆ। ਤਾਂ ਸੋਚੋ ਬੱਸ ਕਿਹੜੇ ਪਾਸੇ ਮੁੜੀ ਹੋਊ, ਬੱਸ ਲੈਫਟ ਟਰਨ ਕੀਤੀ ਹੋਊਗੀ ਕਿ ਰਾਈਟ ਟਰਨ ਕੀਤੀ ਹੋਊਗੀ। ਠੀਕ ਹੈ, ਤਾਂ ਜੇ ਸਮਾਨ ਬਾਹਰ ਨੂੰ ਗਿਰਿਆ ਤਾਂ ਬੱਸ ਓਪੋਜ਼ਿਟ ਸਾਈਡ ਨੂੰ ਟਰਨ ਕੀਤੀ ਹੈ। ਜਦੋਂ ਆਪਾਂ ਇੱਕੋਦਮ ਇਸ ਤਰ੍ਹਾਂ ਰਾਈਟ ਸਾਈਡ ਨੂੰ ਟਰਨ ਕਰਾਂਗੇ ਤਾਂ ਸਾਡਾ ਸਮਾਨ ਹੈ ਜਿਹੜਾ ਲੈਫਟ ਸਾਈਡ ਗਿਰੂਗਾ, ਸਾਨੂੰ ਝਟਕਾ ਹੈ ਜਿਹੜਾ ਉਹ ਬਾਹਰਲੇ ਪਾਸੇ ਨੂੰ ਲੱਗੂਗਾ। ਤਾਂ ਇਹ ਵੀ ਸਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਦੋਂ ਬੱਸ ਸੱਜੇ ਪਾਸੇ ਨੂੰ ਮੁੜਦੀ ਹੈ ਤਾਂ ਅੰਦਰ ਬੈਠੀਆਂ ਸਵਾਰੀਆਂ ਨੂੰ ਜਿਹੜਾ ਝਟਕਾ ਲੱਗਦਾ ਹੈ ਉਹ ਕਿਹੜੇ ਪਾਸੇ ਹੁੰਦਾ। ਠੀਕ ਹੈ ਜੀ, ਤਾਂ ਇਹ ਸੀਗੀਆਂ ਆਪਣੇ ਕੋਲੇ ਟਾਈਪਸ ਆਫ ਇਨਰਸ਼ੀਆ। ਤਿੰਨ ਟਾਈਪਸ ਹੈ ਬੇਟਾ, ਤਿੰਨੋਂ ਆਪਾਂ ਡਿਸਕਸ ਕੀਤੀਆਂ। ਉਸ ਤੋਂ ਬਾਅਦ ਹੈ ਬੈਲੈਂਸਡ ਤੇ ਅਨਬੈਲੈਂਸਡ ਫੋਰਸਸ। ਬੈਲੈਂਸਡ ਜਿਹਨੂੰ ਆਪਾਂ ਕਹਿੰਦੇ ਆ ਸੰਤੁਲਿਤ ਬਲ। ਸੰਤੁਲਿਤ ਬਲ ਦਾ ਮਤਲਬ ਕੀ ਹੈ, ਫੋਰਸਸ ਵਿਚ ਆਰ ਇਕੁਅਲ ਇਨ ਮੈਗਨੀਟਿਊਡ ਬਟ ਆਪੋਜ਼ਿਟ ਇਨ ਡਾਇਰੈਕਸ਼ਨ ਕੈਂਸਲ ਈਚ ਅਦਰਸ ਇਫੈਕਟ ਐਟ ਏ ਪੁਆਇੰਟ ਆਰ ਕਾਲਡ ਦਾ ਬੈਲੈਂਸਡ ਫੋਰਸ। ਕਹਿੰਦੇ ਉਹ ਬਲ ਜਿਹੜੇ ਪ੍ਰਮਾਣ ਵਿੱਚ ਬਰਾਬਰ ਹੁੰਦੇ, ਮਤਲਬ ਜਿਨ੍ਹਾਂ ਦਾ ਮੁੱਲ ਬਰਾਬਰ ਹੈ ਪਰ ਦਿਸ਼ਾ ਵਿੱਚ ਉਲਟ ਹੁੰਦੀਆਂ ਹਨ, ਇੱਕ ਬਿੰਦੂ ਉੱਤੇ ਅਤੇ ਇੱਕ ਦੂਜੇ ਦੇ ਪ੍ਰਭਾਵ ਨੂੰ ਰੱਦ ਕਰਦੀਆਂ। ਮਤਲਬ ਉਹ ਬਲ ਲੱਗ ਤਾਂ ਰਹੇ ਆ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ। ਠੀਕ ਹੈ, ਤਾਂ ਉਹਨਾਂ ਨੂੰ ਸੰਤੁਲਿਤ ਬਲ ਕਿਹਾ ਜਾਂਦਾ। ਜਿਵੇਂ ਕਿ ਆਪਾਂ ਨਾ ਬਚਪਨ ਚ ਗੇਮ ਖੇਡੇ ਹੋਵਾਂਗੇ, ਰੱਸਾ ਕਸ਼ੀ ਕਹਿ ਦਿੰਦੇ ਆ, ਟਗ ਆਫ ਵਾਰ ਕਹਿ ਦਿੰਦੇ ਆ ਇਹਨੂੰ ਇੰਗਲਿਸ਼ ਚ। ਤਾਂ ਮੰਨ ਲਓ ਇਹ ਤਿੰਨ ਜਣੇ ਇੱਧਰ ਹੈ, ਤਿੰਨ ਜਣੇ ਇੱਧਰ ਹੈ। ਠੀਕ ਹੈ, ਤਾਂ ਗੇਮ ਹੁੰਦੀ ਹੈ ਵੀ ਆਪਦੇ ਵਾਲੇ ਪਾਸੇ ਖਿੱਚਣਾ ਹੁੰਦਾ। ਤਾਂ ਜਦੋਂ ਜੇ ਦੋਨੋਂ ਪਾਸਿਓਂ ਬਰਾਬਰ ਜ਼ੋਰ ਲੱਗਦਾ ਪਿਆ ਹੁੰਦਾ ਤਾਂ ਆ ਜਿਹੜਾ ਕੱਪੜਾ ਬੰਨਿਆ ਉਹ ਆਪਦੀ ਜਗ੍ਹਾ ਤੇ ਹੀ ਰਹਿੰਦਾ, ਮਤਲਬ ਨੀਚੇ ਨਿਸ਼ਾਨ ਲਗਾ ਦਿੰਦੇ ਆ ਉਹਦੇ ਵਿੱਚ, ਤਾਂ ਕੱਪੜਾ ਉੱਥੇ ਹੀ ਰਹਿੰਦਾ ਕਿਉਂਕਿ ਦੋਨੋਂ ਪਾਸਿਓਂ ਬਰਾਬਰ ਬਲ ਲੱਗ ਰਿਹਾ। ਤੇ ਜੇ ਇੱਕ ਪਾਸਿਓਂ ਵੱਧ ਲੱਗੂਗਾ ਤਾਂ ਫਿਰ ਉੱਧਰ ਚਲਾ ਜਾਊਗਾ। ਤਾਂ ਜਦੋਂ ਤੱਕ ਦੋਨੋਂ ਪਾਸਿਓਂ ਬਰਾਬਰ ਬਲ ਲੱਗਦਾ ਪਿਆ ਲੇਕਿਨ ਉਹਦੀ ਦਿਸ਼ਾ ਉਲਟ ਹੈ, ਇਹ ਇੱਧਰ ਨੂੰ ਲਗਾ ਰਿਹਾ ਹੈ, ਇਹ ਇੱਧਰ ਨੂੰ ਲਗਾ ਰਿਹਾ ਹੈ, ਇੱਕ ਦੂਜੇ ਦੀ ਵਿਪਰੀਤ ਦਿਸ਼ਾ ਦੇ ਵਿੱਚ ਫੋਰਸ ਲੱਗ ਰਹੀ ਹੈ, ਤਾਂ ਉਲਟ ਦਿਸ਼ਾਵਾਂ ਵਿੱਚ ਲੱਗਣ ਵਾਲਾ ਬਲ ਅਗਰ ਉਹਦਾ ਪਰਿਮਾਣ ਬਰਾਬਰ ਹੈ ਬਟ ਦਿਸ਼ਾ ਉਹਦੀ ਉਲਟ ਹੈ ਤਾਂ ਉਹਨੂੰ ਕਿਹਾ ਜਾਂਦਾ ਬੇਟਾ ਬੈਲੈਂਸਡ ਫੋਰਸ। ਠੀਕ ਹੈ, ਤਾਂ ਇਨ ਅਦਰ ਵਰਡਸ ਨੈਟ ਇਫੈਕਟ ਆਫ ਥੀਸ ਫੋਰਸਿਸ ਔਨ ਦਾ ਪੁਆਇੰਟ ਆਫ ਐਕਸ਼ਨ ਇਜ਼ ਜ਼ੀਰੋ। ਠੀਕ ਹੈ, ਤਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਬਿੰਦੂ ਹੈ ਜਿੱਥੇ ਬਲ ਲਾਇਆ ਜਾ ਰਿਹਾ ਉੱਥੇ ਬਲਾਂ ਦਾ ਕੁੱਲ ਪ੍ਰਭਾਵ ਕਿੰਨਾ ਹੈ, ਜ਼ੀਰੋ। ਕੁਐਸਚਨ ਬਣਦਾ ਕਿ ਬੈਲੈਂਸ ਫੋਰਸਿਸ ਦੇ ਵਿੱਚ ਨੈਟ ਇਫੈਕਟ ਕਿੰਨਾ ਆਉਂਦਾ ਫੋਰਸਿਸ ਦਾ, ਤਾਂ ਉਹ ਜ਼ੀਰੋ ਆਉਂਦਾ। ਠੀਕ ਹੈ, ਤਾਂ ਬੈਲੈਂਸ ਫੋਰਸਿਸ ਨੂੰ ਆਪਾਂ ਐਵੇਂ ਕਹਿ ਦਿੰਦੇ ਆ ਫੋਰਸਿਸ ਇਨ ਇਕੁਇਲਿਬ੍ਰੀਅਮ। ਇਕੁਇਲਿਬ੍ਰੀਅਮ ਮਤਲਬ ਸੰਤੁਲਿਤ, ਮਤਲਬ ਵੀ ਉਹ ਫੋਰਸਿਸ ਲੱਗ ਤਾਂ ਰਹੀਆਂ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ। ਜਿਵੇਂ ਸੀਗਾ ਜੇ ਨਾ ਲੱਗਦਾ ਹੁੰਦਾ ਤਾਂ ਵੀ ਇਹ ਰੱਸੀ ਇੱਥੇ ਹੀ ਪਈ ਰਹਿਣੀ ਸੀ, ਤੇ ਜੇ ਬਲ ਲੱਗ ਰਿਹਾ ਤਾਂ ਵੀ ਇੱਥੇ ਹੀ ਹੈ, ਤਾਂ ਬਲ ਲੱਗਣ ਨਾਲ ਕੋਈ ਫਰਕ ਹੀ ਨਹੀਂ ਪਿਆ। ਤੇ ਅਸੰਤੁਲਿਤ ਬਲ ਕਿਹੜਾ ਹੁੰਦਾ ਬੇਟਾ, ਅਸੰਤੁਲਿਤ ਹੁੰਦਾ ਜਦੋਂ ਇੱਕ ਪਾਸੇ ਜ਼ਿਆਦਾ ਇੱਕ ਪਾਸੇ ਘੱਟ ਬਲ ਲੱਗਦਾ। ਠੀਕ ਹੈ, ਤਾਂ ਫੋਰਸਿਸ ਵਿਚ ਹੈਵ ਨੈਟ ਨਾਨ ਜ਼ੀਰੋ ਇਫੈਕਟ ਔਨ ਦਾ ਪੁਆਇੰਟ ਆਫ ਐਕਸ਼ਨ ਆਰ ਕਾਲਡ ਅਨਬੈਲੈਂਸਡ ਫੋਰਸਿਸ। ਕਹਿੰਦੇ ਬਲਾਂ ਨੂੰ ਅਸੰਤੁਲਿਤ ਬਲ ਕਿਹਾ ਜਾਂਦਾ ਜੇਕਰ ਇਹਨਾਂ ਬਲਾਂ ਦੀ ਕਾਰਵਾਈ ਦੇ ਬਿੰਦੂ ਤੇ ਕੁੱਲ ਪ੍ਰਭਾਵ ਗੈਰ ਜ਼ੀਰੋ, ਮਤਲਬ ਜ਼ੀਰੋ ਨਹੀਂ ਆਊਗਾ, ਕਿਉਂਕਿ ਜ਼ੀਰੋ ਆ ਜਾਂਦਾ ਉਦੋਂ ਤਾਂ ਸੰਤੁਲਿਤ ਬਲ ਬਣ ਜਾਂਦੇ। ਤਾਂ ਜਦੋਂ ਨੈਟ ਇਫੈਕਟ ਨਾਨ ਜ਼ੀਰੋ ਆ ਜਾਂਦਾ ਉਦੋਂ ਉਹ ਅਨਬੈਲੈਂਸਡ ਹੋ ਜਾਂਦੇ ਆ। ਠੀਕ ਹੈ, ਤਾਂ ਥੀਸ ਫੋਰਸਿਸ ਮੇ ਔਰ ਮੇ ਨਾਟ ਹੈਵ ਇਕੁਅਲ ਮੈਗਨੀਟਿਊਡ, ਮਤਲਬ ਜਿਹੜੀਆਂ ਫੋਰਸਿਸ ਲੱਗਦੀਆਂ ਪਈਆਂ ਉਹਨਾਂ ਦਾ ਜਿਹੜਾ ਮੈਗਨੀਟਿਊਡ ਹੈ ਉਹ ਬਰਾਬਰ ਵੀ ਹੋ ਸਕਦਾ ਤੇ ਹੋ ਸਕਦਾ ਬਰਾਬਰ ਨਾ ਵੀ ਹੋਵੇ। ਠੀਕ ਹੈ, ਤੇ ਰਿਜ਼ਲਟੈਂਟ ਆਫ ਥੀਸ ਫੋਰਸਿਸ ਇਜ਼ ਇਨ ਸਮ ਪਾਰਟਿਕੂਲਰ ਡਾਇਰੈਕਸ਼ਨ, ਤਾਂ ਇਹਨਾਂ ਦਾ ਜਿਹੜਾ ਨਤੀਜਾ ਨਿਕਲਦਾ ਉਹ ਕਿਸੇ ਖਾਸ ਦਿਸ਼ਾ ਵੱਲ ਹੋ ਸਕਦਾ। ਇੱਕ ਤਾਂ ਦੇਖੋ ਆਪਾਂ ਇੱਥੇ ਆ ਐਗਜ਼ਾਮਪਲ ਲੈਤੀ ਬੇਟਾ, ਇਹਦੇ ਵਿੱਚ ਕੀ ਹੈ, ਆਮ ਤੌਰ ਤੇ ਆਪਾਂ ਇਹਨੂੰ ਸੀਸਾ ਬੋਲਦੇ ਹਾਂ, ਝੂਟੇ ਲੈਂਦੇ ਹਾਂ। ਜੇ ਮੰਨ ਲਓ ਦੋਨੋਂ ਬੱਚਿਆਂ ਦਾ ਭਾਰ ਬਰਾਬਰ ਹੋਵੇ ਤੇ ਆਪਦੀਆਂ ਪੈਰ ਚੌਂਕੜੀ ਮਾਰ ਕੇ ਬੈਠ ਜਾਣ ਤਾਂ ਇਹ ਫੱਟਾ ਕੀ ਹੋ ਜਾਊਗਾ, ਸਿੱਧਾ ਹੋ ਜਾਊਗਾ।
ਇਹ ਐਂ ਬੈਠੇ ਰਹਿਣਗੇ। ਤਾਂ ਝੂਟੇ ਕਦੋਂ ਆਉਣਗੇ? ਜਦੋਂ ਇੱਕ ਜਣੇ ਦਾ ਭਾਰ ਜ਼ਿਆਦਾ ਹੋਊਗਾ, ਤਾਂ ਜਿਹਦਾ ਭਾਰ ਜ਼ਿਆਦਾ ਹੋਊ ਉਹ ਨੀਚੇ ਚਲਾ ਜਾਊ, ਇਹ ਉੱਪਰ ਚਲਾ ਜਾਊ। ਤਾਂ ਹੁਣ ਆਪਾਂ ਕੀ ਕਰਦੇ ਹਾਂ, ਜਦੋਂ ਆਮ ਤੌਰ ਤੇ ਹੀ ਆਪਾਂ ਬੱਚਿਆਂ ਨਾਲ ਬੈਠਦੇ ਹਾਂ, ਤਾਂ ਜਦੋਂ ਆਪਾਂ ਆਪਦੇ ਪੈਰ ਚੱਕਦੇ ਹਾਂ, ਭਾਰੇ ਹੁੰਦੇ ਆਪਾਂ, ਤਾਂ ਬੱਚੇ ਕੀ ਹੁੰਦੇ ਆ, ਉੱਪਰ ਚਲੇ ਜਾਂਦੇ ਆ। ਉਹ ਤਾਂ ਆਪਾਂ ਨੀਚੇ ਪੈਰ ਲਗਾ ਕੇ ਆਪਦੇ ਆਪ ਨੂੰ ਪੁਸ਼ ਕਰਦੇ ਹਾਂ ਉੱਪਰ ਨੂੰ। ਉਹ ਵੀ ਆਪਾਂ ਪੜਾਂਗੇ ਨਿਊਟਨਸ ਥਰਡ ਲਾ। ਆਪਾਂ ਨੀਚੇ ਨੂੰ ਝਟਕਾ ਮਾਰਦੇ ਆ, ਪੈਰ ਤਾਂ ਆਪਾਂ ਉੱਪਰ ਚਲੇ ਜਾਂਦੇ ਹਾਂ, ਬੱਚਾ ਨੀਚੇ ਆ ਜਾਂਦਾ। ਨਾਲ ਦੀ ਨਾਲ ਜਦੋਂ ਆਪਾਂ ਉੱਪਰ ਜਾਂਦੇ ਹਾਂ, ਆਪਣਾ ਭਾਰ ਜ਼ਿਆਦਾ ਹੁੰਦਾ, ਫਿਰ ਆਪਾਂ ਨੀਚੇ ਆ ਜਾਂਦੇ ਹਾਂ। ਤਾਂ ਇਹ ਅਸੰਤੁਲਿਤ ਬਲ ਕਰਕੇ ਹੈ। ਜੇ ਬਰਾਬਰ ਹੁੰਦਾ ਫਿਰ ਤਾਂ ਇੱਕ ਜਗ੍ਹਾ ਹੀ ਖੜੇ ਰਹਿੰਦੇ। ਤਾਂ ਜੇ ਹੁਣ ਮੰਨ ਲਓ ਦੂਸਰੀ ਐਗਜ਼ਾਮਪਲ ਆਪਾਂ ਇਹ ਲੈ ਸਕਦੇ ਹਾਂ ਬੇਟਾ, ਕਿ ਮੰਨ ਲਓ ਇੱਥੇ ਇੱਕ ਮੇਜ਼ ਪਿਆ, ਇੱਕ ਬੱਚੇ ਨੇ ਇਧਰੋਂ ਬਲ ਲਗਾਇਆ, ਠੀਕ ਹੈ, ਕਿੰਨਾ ਬਲ ਲਗਾਤਾ? 10 ਨਿਊਟਨ। ਤੇ ਇੱਕ ਬੱਚੇ ਨੇ ਇਧਰੋਂ ਲਗਾਤਾ 10 ਨਿਊਟਨ। ਤਾਂ ਇਹ ਤਾਂ ਸੰਤੁਲਿਤ ਬਲ ਬਣ ਗਿਆ, ਦੋਨੋਂ ਇੱਕ ਦੂਜੇ ਦੇ ਵਿਪਰੀਤ ਦਿਸ਼ਾ ਚ ਲਾ ਰਹੇ, ਆਪੋਜ਼ਿਟ ਬਰਾਬਰ ਬਰਾਬਰ ਲਾ ਰਹੇ ਆ, ਤਾਂ ਬਕਸਾ ਹਿੱਲੂਗਾ ਹੀ ਨਹੀਂ, ਉੱਥੇ ਹੀ ਤਿਆਰ ਹੋਊਗਾ। ਠੀਕ ਹੈ। ਲੇਕਿਨ ਅਗਰ ਦੂਸਰੇ ਬੱਚੇ ਨੇ ਜਿਹੜਾ 10 ਨਿਊਟਨ ਬਲ ਲਗਾਣਾ ਹੈ, ਠੀਕ ਹੈ, ਉਹਨੇ ਇਧਰੋਂ ਲਗਾਤਾ ਮੰਨ ਲਓ 12 ਨਿਊਟਨ ਇਸ ਪਾਸਿਓਂ। ਤਾਂ ਹੁਣ ਕੀ ਹੈ, ਇੱਕ ਨੇ ਇਧਰੋਂ ਲਾਇਆ, ਇੱਕ ਨੇ ਇਧਰੋਂ ਲਾਇਆ, ਤਾਂ ਜਿਵੇਂ ਆਪਾਂ ਆਮ ਘਰੇ ਤੁਸੀਂ ਕਰਕੇ ਦੇਖਿਓ, ਕੋਈ ਟੇਬਲ ਪਿਆ ਹੋਊ, ਮੇਜ਼ ਪਿਆ ਹੋਊ, ਕੁਰਸੀ ਪਈ ਹੋਊਗੀ, ਕੁਝ ਵੀ ਪਿਆ ਹੋਊ, ਦੋ ਜਣੇ ਆਪਾਂ ਇਸ ਤਰ੍ਹਾਂ ਇੱਕ ਦੂਜੇ ਦੇ ਪਰਪੈਂਡੀਕੁਲਰ ਫੋਰਸ ਲਾਵਾਂਗੇ ਤਾਂ ਬਾਡੀ ਇੱਧਰ ਨੂੰ ਚਲੀ ਜਾਊਗੀ। ਤਾਂ ਟੇਬਲ ਕੀ ਹੋਊਗਾ, ਟੇਢੀ ਦਿਸ਼ਾ 'ਚ ਚਲਾ ਜਾਊਗਾ। ਤਾਂ ਇੱਥੇ ਤੁਸੀਂ 12 ਨਿਊਟਨ ਵੀ ਲਾ ਸਕਦੇ ਹੋ, 10 ਵੀ ਲਾ ਸਕਦੇ ਹੋ, 8 ਵੀ ਲਾ ਸਕਦੇ ਹੋ, 5 ਵੀ ਲਾ ਸਕਦੇ ਹੋ। ਮਤਲਬ ਆਪਾਂ ਨੇ ਇਹ ਕਿਹਾ ਨਾ ਕਿ these forces may or may not have equal magnitude, ਇਹਨਾਂ ਦਾ ਬਰਾਬਰ ਵੀ ਹੋ ਸਕਦਾ ਹੈ ਤੇ ਹੋ ਸਕਦਾ ਬਰਾਬਰ ਨਾ ਵੀ ਹੋਏ। ਸੰਤੁਲਿਤ ਬਣਾਉਣ ਵਾਸਤੇ ਤਾਂ ਦੋਨੋਂ ਪਾਸੇ ਬਰਾਬਰ ਲਾਉਣਾ ਜ਼ਰੂਰੀ ਸੀਗਾ, ਤਾਂ ਹੀ ਬੈਲੈਂਸ ਹੋਊਗਾ। ਲੇਕਿਨ ਅਨਬੈਲੈਂਸ ਦੇ ਵਿੱਚ ਜ਼ਰੂਰੀ ਨਹੀਂ ਦੋਨੋਂ ਪਾਸੇ ਬਰਾਬਰ ਲਾਉਣਾ, ਹੋ ਸਕਦਾ ਬਰਾਬਰ ਵੀ ਲਾ ਲਓ ਤੇ ਹੋ ਸਕਦਾ ਨਾ ਵੀ ਲਾਓ। ਤੇ ਇਹਨਾਂ ਦਾ ਕਹਿੰਦੇ ਜਿਹੜਾ ਰਿਜ਼ਲਟੈਂਟ ਹੈ, ਰਿਜ਼ਲਟੈਂਟ ਮਤਲਬ ਨਤੀਜਾ, ਇਹਨਾਂ ਦੋ ਜਣਿਆਂ ਨੇ ਕੰਮ ਕੀਤਾ ਲੇਕਿਨ ਟੇਬਲ ਤਾਂ ਇੱਕ ਪਾਸੇ ਹੀ ਜਾਊਗਾ, ਤਾਂ ਉਹ ਇਹਨੂੰ ਅਸੀਂ ਕਹਿੰਦੇ ਹਾਂ ਰਿਜ਼ਲਟੈਂਟ ਨਤੀਜਾ। ਤਾਂ ਇਹ ਨਤੀਜਾ ਕਹਿੰਦਾ ਇੱਕ ਖਾਸ ਦਿਸ਼ਾ ਚ ਆਊਗਾ। ਇਹ ਦਿਸ਼ਾ ਕੌਣ ਡਿਸਾਈਡ ਕਰੂਗਾ? ਕਿੰਨੀਆਂ ਕਿੰਨੀਆਂ ਫੋਰਸਿਸ ਲੱਗੀਆਂ। ਜੇ 10 ਤੇ 12 ਹੈ ਤਾਂ ਇੱਧਰ ਜਾ ਰਿਹਾ, ਜੇ ਮੰਨ ਲਓ ਇੱਧਰ ਵਧਾ ਦਈਏ ਤਾਂ ਹੋ ਸਕਦਾ ਇੱਧਰ ਜਾਵੇ ਜਾਂ ਇੱਧਰ ਜਾਵੇ। ਜੋ ਵੀ ਦਿਸ਼ਾ ਆਊਗੀ ਉਹ ਇਹਨਾਂ ਦੇ ਪਰਿਮਾਣਾਂ ਤੇ ਨਿਰਭਰ ਕਰੂਗੀ ਬੇਟਾ। ਠੀਕ ਹੈ। ਤਾਂ ਆਪਾਂ ਨੂੰ ਇੰਨੀ ਡੀਪ ਜਾਣ ਦੀ ਲੋੜ ਨਹੀਂ, ਲੇਕਿਨ ਬੈਲੈਂਸ ਤੇ ਅਨਬੈਲੈਂਸਡ ਫੋਰਸਿਸ ਦੇ ਆਪਾਂ ਨੂੰ ਕੁਐਸਚਨ ਆਉਂਦੇ ਆ, ਤਾਂ ਇਹ ਪਤਾ ਹੈ ਵੀ ਬੈਲੈਂਸਡ ਫੋਰਸਿਸ ਦੇ ਵਿੱਚ ਨੈਟ ਰਿਜ਼ਲਟ ਜ਼ੀਰੋ ਹੁੰਦਾ, ਕੁੱਲ ਨਤੀਜਾ, ਤੇ ਅਨਬੈਲੈਂਸਡ ਚ ਜ਼ੀਰੋ ਨਹੀਂ ਹੁੰਦਾ। ਬੈਲੈਂਸ ਦੇ ਵਿੱਚ ਦੋਨੋਂ ਫੋਰਸਿਸ ਬਰਾਬਰ ਹੁੰਦੀਆਂ, ਪਰਿਮਾਣ ਬਰਾਬਰ ਹੁੰਦਾ, ਦਿਸ਼ਾ ਉਲਟ ਹੁੰਦੀ ਹੈ। ਅਨਬੈਲੈਂਸ ਦੇ ਵਿੱਚ ਪਰਿਮਾਣ ਬਰਾਬਰ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ, ਬਰਾਬਰ ਵੀ ਹੋ ਸਕਦਾ ਤੇ ਹੋ ਸਕਦਾ ਬਰਾਬਰ ਨਾ ਵੀ ਹੋਵੇ। ਨੈਕਸਟ ਹੈ ਬੇਟਾ ਮੋਮੈਂਟਮ, ਜਿਹਨੂੰ ਅਸੀਂ ਕਹਿੰਦੇ ਹਾਂ ਸੰਵੇਗ। ਠੀਕ ਹੈ। The momentum of a body is equal to the product of the mass of body and its velocity. ਕਿਸੇ ਵਸਤੂ ਦਾ ਸੰਵੇਗ ਵਸਤੂ ਦੇ ਪੁੰਜ ਅਤੇ ਇਸ ਦੇ ਵੇਗ ਦੇ ਗੁਣਨਫਲ ਦੇ ਬਰਾਬਰ। ਹੁਣ ਪੁੰਜ ਸਾਨੂੰ ਪਤਾ ਹੈ, ਪੁੰਜ ਹੁੰਦਾ ਬੇਟਾ ਮਾਸ, m ਨਾਲ ਡਿਨੋਟ ਕਰਦੇ ਆ, ਤੇ ਵੇਗ ਹੁੰਦੀ ਹੈ ਵੈਲੋਸਿਟੀ। ਠੀਕ ਹੈ। ਤੇ ਜਿਹੜਾ ਸੰਵੇਗ ਹੈ, ਸੰਵੇਗ ਨੂੰ ਕਹਿੰਦੇ p ਨਾਲ ਡਿਨੋਟ ਕਰਦੇ ਆ। ਠੀਕ ਹੈ। ਇਹਦਾ ਮਤਲਬ ਸੰਵੇਗ ਕਿਹਦੇ ਬਰਾਬਰ ਹੈ? ਮਾਸ ਗੁਣਾ ਵੈਲੋਸਿਟੀ। ਕਹਿੰਦੇ ਜਿਹੜਾ ਸੰਵੇਗ ਹੈ ਉਹ ਪੁੰਜ ਅਤੇ ਵੇਗ ਦਾ ਗੁਣਨਫਲ ਹੈ। ਠੀਕ ਹੈ। ਤਾਂ ਮੋਮੈਂਟਮ ਨੂੰ p ਨਾਲ ਡਿਨੋਟ ਕਰਦੇ ਆ, ਤਾਂ p ਕਿਹਦੇ ਬਰਾਬਰ ਹੈ ਬੇਟਾ? ਮਾਸ ਗੁਣਾ ਵੈਲੋਸਿਟੀ। ਹੁਣ ਮਾਸ ਸੀ ਜਿਹੜਾ, ਉਹ ਤਾਂ ਸਕੇਲਰ ਕੁਆਂਟੀਟੀ ਸੀ, ਅਦਿਸ਼ ਰਾਸ਼ੀ ਸੀ। ਤੇ ਜਿਹੜਾ v ਸੀ ਵੈਕਟਰ ਵੇਗ, ਵੇਗ ਸੀਗਾ ਸਦਿਸ਼ ਰਾਸ਼ੀ। ਤਾਂ ਇੱਕ ਅਦਿਸ਼ ਤੇ ਇੱਕ ਸਦਿਸ਼ ਨੂੰ ਜਦੋਂ ਆਪਾਂ ਗੁਣਾ ਕਰਦੇ ਆ ਤਾਂ ਸਦਿਸ਼ ਰਾਸ਼ੀ ਬਣਦੀ ਹੈ। ਤਾਂ ਇਹਦਾ ਮਤਲਬ ਇਹ ਕੀ ਹੋ ਗਿਆ? ਸਦਿਸ਼ ਰਾਸ਼ੀ ਬਣੂਗੀ ਬੇਟਾ। ਠੀਕ ਹੈ। ਤਾਂ ਇਸ ਲਈ ਮੋਮੈਂਟਮ ਹੈ ਜਿਹੜਾ, ਉਹ ਇੱਕ ਵੈਕਟਰ ਕੁਆਂਟੀਟੀ ਹੈ। ਸਾਰੀਆਂ ਯਾਦ ਰੱਖਣੀਆਂ ਜਿੰਨੀਆਂ ਵੀ ਆਪਾਂ ਪੜ੍ਹੀਆਂ, ਇਹਨਾਂ ਵਿੱਚੋਂ ਕਿਹੜੀਆਂ ਕਿਹੜੀਆਂ ਸਕੇਲਰ ਹੈ, ਕਿਹੜੀਆਂ ਕਿਹੜੀਆਂ ਵੈਕਟਰ ਹੈ, ਸਾਰੀਆਂ ਨਾਲ ਰਿਲੇਟਡ ਆਪਾਂ ਨੂੰ ਕੁਐਸਚਨ ਬਣਦੇ ਆ। ਐਸਆਈ ਯੂਨਿਟ ਕੀ ਹੈ ਇਹਦਾ? ਐਸਆਈ ਯੂਨਿਟ ਇਹਦਾ ਹੈਗਾ ਬੇਟਾ, ਦੇਖੋ ਮਾਸ ਦਾ ਹੁੰਦਾ ਕਿਲੋਗ੍ਰਾਮ ਤੇ ਵੈਲੋਸਿਟੀ ਦਾ ਹੁੰਦਾ ਮੀਟਰ ਪਰ ਸੈਕਿੰਡ। ਤਾਂ ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਤੇ ਸੀਜੀਐਸ ਯੂਨਿਟ ਚ, ਸੀਜੀਐਸ ਚ ਕਿਲੋਗ੍ਰਾਮ ਦੀ ਜਗ੍ਹਾ ਗ੍ਰਾਮ ਆ ਜਾਊ ਤੇ ਮੀਟਰ ਦੀ ਜਗ੍ਹਾ ਸੈਂਟੀਮੀਟਰ ਆ ਜਾਊ। ਤਾਂ ਗ੍ਰਾਮ ਸੈਂਟੀਮੀਟਰ ਪਰ ਸੈਕਿੰਡ। ਠੀਕ ਹੈ। ਮੈਥਮੈਟਿਕਲੀ ਕਹਿੰਦੇ ਮੋਮੈਂਟਮ ਕਿਹਦੇ ਬਰਾਬਰ ਹੈ? ਮਾਸ ਗੁਣਾ ਵੈਲੋਸਿਟੀ। ਤਾਂ ਇਹਦੇ ਆਪਣੇ ਕੋਲੇ ਕੁਐਸਚਨ ਆਉਂਦੇ ਆ। ਕੁਐਸਚਨ ਕਿਵੇਂ ਆਉਂਦੇ ਆ? ਕਹਿੰਦੇ ਕਿ ਮੋਮੈਂਟਮ ਹੁੰਦਾ ਕੀ ਹੈ? ਪਤਾ ਲੱਗ ਗਿਆ ਜੀ, ਮਾਸ ਗੁਣਾ ਵੈਲੋਸਿਟੀ ਹੈ। ਕੁਐਸਚਨ ਬਣਾਤਾ ਕਿ ਮਾਸ ਗੁਣਾ ਵੈਲੋਸਿਟੀ, ਮਾਸ ਜਮਾ ਵੈਲੋਸਿਟੀ, ਮਾਸ ਮਾਈਨਸ ਵੈਲੋਸਿਟੀ, ਐਵੇਂ ਕਰਕੇ ਕੁਐਸਚਨ ਬਣਾਤਾ। ਫਿਰ ਐ ਪੁੱਛ ਲਿਆ ਵੀ ਮੋਮੈਂਟਮ ਕੀ ਹੈ? ਸਕੇਲਰ ਕੁਆਂਟੀਟੀ ਹੈ, ਵੈਕਟਰ ਕੁਆਂਟੀਟੀ ਹੈ, ਉਹ ਵੀ ਅਸੀਂ ਦੱਸਤਾ। ਮੋਮੈਂਟਮ ਦੇ ਐਸਆਈ ਯੂਨਿਟ ਪੁੱਛ ਲਏ, ਉਹ ਵੀ ਦੱਸਤੇ। ਠੀਕ ਹੈ। ਤਾਂ ਫਿਰ ਆਪਣੇ ਕੋਲੇ ਫਾਰਮੂਲਾ ਵੀ ਹੋ ਗਿਆ। ਫਿਰ ਇਹਦੇ ਕੁਐਸਚਨਸ ਇਹ ਹੈ, ਦੇਖੋ ਹੁਣ ਇਹਦਾ ਪ੍ਰੈਕਟੀਕਲ ਮਤਲਬ ਕੀ ਹੈ। ਹੁਣ ਆ ਬੱਚਾ ਇੱਥੇ ਖੜਾ ਹੈ, ਮੰਨ ਲਓ ਆ ਢਲਾਨ ਤੇ ਇੱਕ ਸਾਈਕਲ ਖੜਾ ਹੈ ਤੇ ਇੱਕ ਢਲਾਨ ਤੇ ਟਰੱਕ ਖੜਾ ਹੈ। ਮੰਨ ਲਓ ਇਹ ਦੋਨੋਂ ਇੱਥੋਂ ਰੁੜਦੇ ਆ। ਠੀਕ ਹੈ। ਰੁੜਦੇ ਆ ਤੇ ਬੱਚੇ ਦੇ ਵਿੱਚ ਆ ਕੇ ਵੱਜਦੇ ਆ। ਠੀਕ ਹੈ। ਤਾਂ ਕੀ ਲੱਗਦਾ ਬੱਚੇ ਦੇ ਜ਼ਿਆਦਾ ਸੱਟ ਕਦੋਂ ਵੱਜੂਗੀ?
ठीक है। मान लो दोनों की वेलोसिटी बराबर है, दोनों बराबर स्पीड नाल आके बच्चे च ਵੱਜਦੇ ਆ, ਤਾਂ ਇਹ ਤਾਂ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਹੈ, ਆਪਾਂ ਨੂੰ ਪਤਾ ਵੀ ਸੱਟ ਕਿਹਦੇ ਵੱਜੂਗੀ। ਹਾਲਾਂਕਿ ਸਾਡੇ ਨਾਲ ਕਦੇ ਹੋਇਆ ਨਹੀਂ, ਅਸੀਂ ਕਦੇ ਵੱਜੇ ਨਹੀਂ ਟਰੱਕ 'ਚ, ਨਾ ਸਾਈਕਲ 'ਚ ਵੱਜੇ ਆ, ਪਰ ਫਿਰ ਵੀ ਸਾਨੂੰ ਪਤਾ ਵੀ ਟਰੱਕ ਜਦੋਂ ਵੱਜੂਗਾ ਤਾਂ ਜ਼ਿਆਦਾ ਸੱਟ ਵੱਜੂਗੀ। ਕਾਰਨ ਕੀ ਹੈ? ਕਿਉਂਕਿ ਟਰੱਕ ਦਾ ਮੋਮੈਂਟਮ ਜ਼ਿਆਦਾ ਹੈ। ਦੋਨਾਂ ਦੀ ਮੰਨ ਲਓ ਵੈਲੋਸਿਟੀ ਬਰਾਬਰ ਵੀ ਹੈ, ਤਾਂ ਮਾਸ ਟਰੱਕ ਦਾ ਜ਼ਿਆਦਾ ਹੈ, ਤੇ ਇਸ ਕਰਕੇ ਟਰੱਕ ਦਾ ਮੋਮੈਂਟਮ ਜ਼ਿਆਦਾ ਹੋਊਗਾ। ਹੁਣ ਸਾਨੂੰ ਕੁਐਸਚਨ ਆਊਗਾ ਐਕਸਰਸਾਈਜ਼ 'ਚ ਕਿ ਇੱਕ ਚੂਹਾ ਭੱਜਿਆ ਜਾ ਰਿਹਾ, ਇੱਕ ਹਾਥੀ ਭੱਜਿਆ ਜਾ ਰਿਹਾ, ਦੋਨੋਂ ਇੱਕ ਚੀਜ਼ ਬਰਾਬਰ ਸਪੀਡ ਤੇ ਭੱਜੇ ਜਾ ਰਹੇ ਆ, ਤੇ ਇੱਕ ਚੀਜ਼ ਦੇ ਵਿੱਚ ਜਾ ਕੇ ਵੱਜਦੇ ਆ, ਤਾਂ ਫਿਰ ਜ਼ਿਆਦਾ ਸੱਟ ਕਿਹਦੇ ਨਾਲ ਵੱਜੂਗੀ? ਚੂਹੇ ਨਾਲ ਵੱਜੂਗੀ ਕਿ ਹਾਥੀ ਨਾਲ ਵੱਜੂਗੀ? ਤੇ ਕਿਉਂ ਵੱਜੂਗੀ? ਕਿਉਂਕਿ ਹਾਥੀ ਦਾ ਮਾਸ ਜ਼ਿਆਦਾ ਹੈ, ਇਸ ਕਰਕੇ ਹਾਥੀ ਦਾ ਮੋਮੈਂਟਮ ਜ਼ਿਆਦਾ ਹੈ। ਠੀਕ ਹੈ। ਤੁਹਾਨੂੰ ਕੁਐਸਚਨ ਆਉਂਦਾ ਬੇਟਾ ਵੀ ਇੱਕ ਟਰੱਕ ਭਰਿਆ ਟਰੱਕ ਜਾ ਰਿਹਾ ਹੈ ਤੇ ਇੱਕ ਖਾਲੀ ਟਰੱਕ, ਦੋਨੋਂ ਸੜਕ ਤੇ ਜਾ ਰਹੇ ਆ, ਦੋਨਾਂ ਦੇ ਉੱਤੇ ਬਰਾਬਰ ਬਲ ਲਾ ਕੇ, ਉਹਨਾਂ ਦੇ ਬਰਾਬਰ ਫੋਰਸ ਲਾ ਕੇ ਉਹਨਾਂ ਨੂੰ ਰੋਕਿਆ ਜਾਂਦਾ, ਤਾਂ ਕਿਹੜਾ ਟਰੱਕ ਪਹਿਲਾਂ ਰੁਕ ਜਾਂਦਾ? ਠੀਕ ਹੈ। ਤਾਂ ਪਹਿਲਾਂ ਰੁਕਦਾ ਖਾਲੀ ਟਰੱਕ, ਭਰਿਆ ਟਰੱਕ ਲੇਟ ਜਾ ਕੇ ਰੁਕਦਾ ਕਿਉਂਕਿ ਉਹਦਾ ਮੋਮੈਂਟਮ ਜ਼ਿਆਦਾ ਹੁੰਦਾ। ਠੀਕ ਹੈ। ਤਾਂ ਉਹਦਾ ਮੋਮੈਂਟਮ ਜ਼ਿਆਦਾ ਹੈ, ਤਾਂ ਮੋਮੈਂਟਮ ਦੇ ਕੇਸ ਹੁੰਦੇ ਆ। ਤਾਂ ਇੱਥੇ ਵੀ ਆ ਜਿਹੜਾ ਬਿਲੀਅਰਡਸ ਖੇਲਦੇ ਆ ਅਸੀਂ, ਸਨੂਕਰ ਵੀ ਕਹਿ ਦਿੰਦੇ ਆ ਇਹਨੂੰ। ਠੀਕ ਹੈ। ਤੇ ਇੱਥੇ ਆ ਵਾਈਟ ਬਾਲ ਹੈ, ਵਾਈਟ ਬਾਲ ਨੂੰ ਅਸੀਂ ਡੰਡੇ ਨਾਲ ਹਿੱਟ ਕਰਦੇ ਆ, ਇਹ ਵਾਈਟ ਬਾਲ ਅੱਗੇ ਜਾ ਕੇ ਦੂਸਰੀ ਗੇਂਦ ਦੇ ਵੱਜਦੀ ਹੈ, ਤੇ ਦੂਸਰੀ ਗੇਂਦ ਨੂੰ ਅਸੀਂ ਅੱਗੇ ਕੈਰਮ ਬੋਰਡ ਟਾਈਪ ਖਾਨੇ ਹੁੰਦੇ ਆ ਉਹਦੇ ਵਿੱਚ ਪਾਉਣੀ ਹੁੰਦੀ ਹੈ। ਤਾਂ ਹੁਣ ਇੱਥੇ ਦੇਖੋ, ਅਸੀਂ ਇਸ ਨਾਲ ਫੋਰਸ ਲਾਵਾਂਗੇ ਇਸ ਦੇ ਉੱਤੇ, ਤੇ ਇਹਨੂੰ ਅਸੀਂ ਵੈਲੋਸਿਟੀ, ਜਦੋਂ ਇਹ ਤੇ ਫੋਰਸ ਲਾਵਾਂਗੇ, ਡੰਡਾ ਮਾਰਾਂਗੇ ਤੇ ਤਾਂ ਇਹ ਬਾਲ ਅੱਗੇ ਜਾਊਗੀ। ਮਾਸ ਤਾਂ ਬਾਲ ਦਾ ਫਿਕਸ ਹੈ। ਜਿੰਨੀ ਅਸੀਂ ਇਹਨੂੰ ਵੈਲੋਸਿਟੀ ਦੇਵਾਂਗੇ, ਇਹ ਜਾ ਕੇ ਮੰਨ ਲਓ ਇਹਦੇ ਨਾਲ ਟਕਰਾਊਗੀ, ਤਾਂ ਜਿੰਨੀ ਸਪੀਡ ਅਸੀਂ ਇਹਨੂੰ ਦੇਵਾਂਗੇ, ਜਿੰਨੀ ਸਪੀਡ ਤੇ ਟਕਰਾਊਗੀ, ਉਨੀ ਸਪੀਡ ਤੇ ਅੱਗੇ ਜਾਊਗੀ। ਠੀਕ ਹੈ। ਤਾਂ ਇਹਦੀ ਸਪੀਡ ਇਹ ਚ ਪਾਸ ਹੋ ਜਾਂਦੀ ਹੈ, ਜਦੋਂ ਚਿੱਟੇ ਵਾਲੀ ਬਾਲ ਇਹ ਤੇ ਆ ਕੇ ਟਕਰਾਉਂਦੀ ਹੈ ਤਾਂ ਇਹ ਅੱਗੇ ਚਲੀ ਜਾਂਦੀ ਹੈ। ਜਿੰਨੀ ਸਪੀਡ ਤੇ ਆ ਕੇ ਟਕਰਾਊਗੀ, ਉਨੀ ਸਪੀਡ ਤੇ ਇਹ ਅੱਗੇ ਜਾਊਗੀ। ਠੀਕ ਹੈ। ਤਾਂ ਕੰਜ਼ਰਵੇਸ਼ਨ ਆਫ ਮੋਮੈਂਟਮ ਦਾ ਰੂਲ ਹੈ ਇਹ। ਠੀਕ ਹੈ ਜੀ। ਫਿਰ ਆ ਜਾਂਦੇ ਬੇਟਾ ਆਪਣੇ ਕੋਲੇ ਨਿਊਟਨਸ ਲਾਜ਼ ਆਫ ਮੋਸ਼ਨ, ਨਿਊਟਨ ਦੇ ਗਤੀ ਦੇ ਨਿਯਮ। ਤਿੰਨ ਨਿਯਮ ਹੈ। ਪਹਿਲਾ ਤਾਂ ਕੁਐਸਚਨ ਇਹੀ ਆਂਦਾ ਵੀ ਨਿਊਟਨ ਨੇ ਕਿੰਨੇ ਨਿਯਮ ਦਿੱਤੇ ਆ? ਅਸੀਂ ਕਿਹਾ ਤਿੰਨ ਦਿੱਤੇ ਆ। ਠੀਕ ਹੈ। ਇਹ ਪਾਰਟਿਕੂਲਰ ਹੈ ਬੇਟਾ, ਇਹਨਾਂ ਦਾ ਆਰਡਰ ਫਿਕਸ ਹੈ। ਆ ਪਹਿਲਾ ਲਾਅ ਹੈ, ਦੂਜਾ ਹੈ, ਤੀਜਾ ਫਿਕਸ ਹੈ। ਅਸੀਂ ਆਪਦੀ ਮਰਜ਼ੀ ਨਾਲ ਪਹਿਲੇ ਨੂੰ ਦੂਜਾ ਜਾਂ ਦੂਜੇ ਨੂੰ ਤੀਜਾ ਨਹੀਂ ਕਹਿ ਸਕਦੇ। ठीक है। तो पहला लॉ की है, इट स्टेट्स दैट एवरी बॉडी इन दिस यूनिवर्स continues in its state of rest or of uniform motion in a straight line unless it is compelled by some external force to change that state। ਕਹਿੰਦੇ ਇਹ ਸਾਨੂੰ ਕੀ ਦੱਸਦਾ? ਪਹਿਲਾ ਨਿਯਮ ਕਿ ਬ੍ਰਹਿਮੰਡ ਵਿੱਚ ਹਰ ਵਸਤੂ ਇੱਕ ਸਿੱਧੀ ਰੇਖਾ ਵਿੱਚ ਇੱਕਸਾਰ ਗਤੀ ਦੀ ਸਥਿਤੀ ਵਿੱਚ ਜਾਰੀ ਰਹਿੰਦੀ ਹੈ। ਠੀਕ ਹੈ। ਜਾਂ ਵਿਰਾਮ ਤੇ ਹੈ ਤਾਂ ਵਿਰਾਮ ਤੇ ਰਹੂਗੀ ਉਹ, ਜਦੋਂ ਤੱਕ ਕਿ ਉਸ ਨੂੰ ਕਿਸੇ ਬਾਹਰੀ ਸ਼ਕਤੀ ਦੁਆਰਾ ਉਸ ਅਵਸਥਾ ਨੂੰ ਬਦਲਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਠੀਕ ਹੈ। ਇਹ ਤਾਂ ਐ ਨਹੀਂ ਲੱਗਦਾ ਪੜਿਆ ਪੜਿਆ ਜੇ, ਅਸੀਂ ਪਹਿਲਾਂ ਪੜ ਚੁੱਕੇ। ਕਿੱਥੇ ਪੜਿਆ ਸੀ ਬੇਟਾ? ਜੜਤਾ ਵੇਲੇ। ਜੜਤਾ ਇਨਰਸ਼ੀਆ ਚ ਵੀ ਤਾਂ ਆਪਾਂ ਇਹੀ ਗੱਲ ਕਹੀ ਸੀ ਵੀ ਜਿਹੜੀ ਬਾਡੀ ਹੈ ਜੀ ਉਹ ਰੈਸਟ ਤੇ ਹੈ ਤਾਂ ਰੈਸਟ ਤੇ ਪਈ ਰਹੂਗੀ, ਜੇ ਗਤੀ ਚ ਹੈ ਤਾਂ ਗਤੀ ਚ ਰਹੂਗੀ, ਉਦੋਂ ਤੱਕ ਆਪਦੀ ਸਥਿਤੀ ਨਹੀਂ ਬਦਲਦੀ ਜਦੋਂ ਤੱਕ ਕੋਈ ਬਾਹਰੀ ਬਲ ਉਹਦੇ ਉੱਤੇ ਨਹੀਂ ਲੱਗਦਾ। ਤਾਂ ਇਸੇ ਕਰਕੇ ਜਿਹੜਾ ਇਹ ਫਸਟ ਲਾਅ ਹੈ, ਇਹਨੂੰ ਅਸੀਂ ਲਾਅ ਆਫ ਇਨਰਸ਼ੀਆ ਵੀ ਕਹਿ ਦਿੰਦੇ ਹਾਂ। ਤਾਂ ਸਾਨੂੰ ਕੁਐਸਚਨ ਆਊਗਾ ਕਿ ਨਿਊਟਨ ਫਸਟ ਲਾਅ ਇਜ਼ ਆਲਸੋ ਨੋਨ ਐਜ਼, ਕਿ ਨਿਊਟਨ ਦੇ ਪਹਿਲੇ ਗਤੀ ਨਿਯਮ ਨੂੰ ਹੋਰ ਕੀ ਕਿਹਾ ਜਾਂਦਾ? ਤਾਂ ਅਸੀਂ ਕਵਾਂਗੇ ਜੜਤਾ ਦਾ ਨਿਯਮ। ਠੀਕ ਹੈ। ਜਾਂ ਕੁਐਸਚਨ ਉਲਟਾ ਕੇ ਵੀ ਪੁੱਛ ਲੈਂਦੇ ਵੀ ਲਾਅ ਆਫ ਇਨਰਸ਼ੀਆ ਇਜ਼ ਕਾਲਡ, ਜੜਤਾ ਦਾ ਨਿਯਮ ਕਿਹਨੂੰ ਕਿਹਾ ਜਾਂਦਾ ਹੈ? ਨਿਊਟਨ ਦੇ ਪਹਿਲੇ ਨਿਯਮ ਨੂੰ, ਨਿਊਟਨ ਦੇ ਦੂਜੇ ਨੂੰ, ਨਿਊਟਨ ਦੇ ਤੀਜੇ ਨਿਯਮ ਨੂੰ, ਜਾਂ ਇਹਨਾਂ ਚੋਂ ਕੋਈ ਨਹੀਂ? ਤਾਂ ਉਹਦਾ ਆਨਸਰ ਆ ਜਾਊਗਾ ਨਿਊਟਨ ਦਾ ਪਹਿਲਾ ਗਤੀ ਨਿਯਮ। ਠੀਕ ਹੈ। ਤਾਂ ਇਹ ਤੁਹਾਨੂੰ ਦੱਸ ਰਿਹਾ ਵੀ ਨਾਲ ਨਾਲ ਇਸ ਤਰ੍ਹਾਂ ਦੇ ਆਪਾਂ ਨੂੰ ਕੁਐਸਚਨਸ ਵੀ ਆਉਣਗੇ। ਠੀਕ ਹੈ। ਤਾਂ ਸਾਰਾ ਕੁਝ ਆਪਾਂ ਪਹਿਲਾਂ ਪੜ ਚੁੱਕੇ। ਇਨਰਸ਼ੀਆ ਚ ਸਾਰੀ ਉਹੀ ਚੀਜ਼ ਹੈ ਬੇਟਾ, ਕਿ ਜੇ ਕੋਈ ਚੀਜ਼ ਹੈ ਜੋ ਵਿਰਾਮ ਚ ਪਈ ਹੈ ਤਾਂ ਵਿਰਾਮ ਚ ਹੀ ਪਈ ਰਹੂਗੀ ਜਦੋਂ ਤੱਕ ਕੋਈ ਬਾਹਰੋਂ ਬਲ ਨਹੀਂ ਲਾਉਂਦੇ, ਜੇ ਗਤੀ ਚ ਹੈ ਤਾਂ ਉਹ ਗਤੀ ਚ ਰਹੂਗੀ। ਬਾਲ ਪਈ ਹੈ ਤਾਂ ਬਾਲ ਪਈ ਰਹੂਗੀ, ਪੈਰ ਮਾਰਾਂਗੇ, ਫੋਰਸ ਲਾਵਾਂਗੇ ਤਾਂ ਬਾਲ ਗਤੀ ਕਰੂਗੀ, ਉਨੀ ਦੇਰ ਨਹੀਂ ਕਰਦੀ। ਜੇ ਬਾਲ ਗਤੀ ਕਰਦੀ ਆ ਰਹੀ ਹੈ ਵਿੱਚੋਂ, ਉਹਨੂੰ ਰੋਕਣਾ ਤਾਂ ਵੀ ਫੋਰਸ ਚਾਹੀਦੀ ਹੈ। ਤਾਂ ਸਥਿਤੀ ਬਦਲਣ ਵਾਸਤੇ ਬਲ ਤਾਂ ਚਾਹੀਦਾ ਹੀ ਚਾਹੀਦਾ। ਠੀਕ ਹੈ ਜੀ। ਸੈਕੰਡ ਲਾਅ ਹੈ, ਸੈਕੰਡ ਲਾਅ ਹੈ ਜਿਹੜਾ ਇਹ ਬੇਟਾ ਆਪਾਂ ਨੂੰ ਨਿਊਮੈਰੀਕਲਸ ਚ ਵਰਤੋਂ ਹੁੰਦੀ ਹੈ। ਠੀਕ ਹੈ। ਤਾਂ ਫੋਰਸ ਇਜ਼ ਇਕੁਅਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ। ਕਹਿੰਦੇ ਬਲ ਕੀ ਹੈ? ਬਲ ਜਿਹੜਾ ਹੈ ਸੰਵੇਗ ਦੇ ਬਦਲਾਅ ਦੀ ਦਰ ਦੇ ਬਰਾਬਰ ਹੈ। ਸੰਵੇਗ ਮੋਮੈਂਟਮ, ਤਾਂ ਫੋਰਸ ਕੀ ਚੀਜ਼ ਹੈ? ਰੇਟ ਆਫ ਚੇਂਜ ਆਫ ਮੋਮੈਂਟਮ, ਮਤਲਬ ਜਿਹੜਾ ਮੋਮੈਂਟਮ ਸੰਵੇਗ ਬਦਲ ਰਿਹਾ ਹੈ, ਕਿੰਨੀ ਸਪੀਡ ਤੇ ਬਦਲ ਰਿਹਾ ਹੈ। ਤਾਂ ਦਰ ਕੱਢਣ ਦਾ ਤਰੀਕਾ ਕੀ ਹੈ? ਦਰ ਕੱਢਣ ਦਾ ਤਰੀਕਾ ਹੈ ਵੀ ਕੁੱਲ ਬਦਲਾਵ, ਕਿੰਨਾ ਬਦਲਾਵ ਆ ਗਿਆ ਉਹਦੇ ਵਿੱਚ, ਬਟਾ ਬਦਲਾਵ ਆਉਣ ਚ ਕੁੱਲ ਕਿੰਨਾ ਸਮਾਂ ਲੱਗਿਆ। ਠੀਕ ਹੈ। ਵੀ ਬਦਲਾਅ ਕਿੰਨਾ ਆਇਆ ਤੇ ਬਦਲਾਅ ਆਉਣ ਚ ਸਮਾਂ ਕਿੰਨਾ ਲੱਗਿਆ, ਤਾਂ ਬਦਲਾਅ ਦੀ ਦਰ ਪਤਾ ਲੱਗ ਜੂ ਆਪਾਂ ਨੂੰ। ਤਾਂ ਸੰਵੇਗ ਦੇ ਬਦਲਾਅ ਦੀ ਦਰ ਕਿਹਦੇ ਬਰਾਬਰ ਹੈ? ਕਹਿੰਦੇ ਬਲ ਦੇ, ਫੋਰਸ। ਨਿਊਮੈਰੀਕਲ ਕੁਐਸਚਨ ਚ ਅਸੀਂ ਇਹ ਫਾਰਮੂਲਾ ਲਵਾਂਗੇ।
तो बदलाव कितना होया, बदलाव होया बेटा फाइनल मोमेंटम कट लो, वो चो इनिशियल मोमेंटम कटा दो। ठीक है, तो पता लग जू चेंज कितना हो गया। ਹੁਣ फाइनल मोमेंटम अपने मोशन चैप्टर च पढ़िया कि फाइनल वेलोसिटी कितनी होती है। देखो मोमेंटम सारे बच्चों ने पढ़ लिया कि मोमेंटम की चीज है। तो संवेग ਜਿਹੜਾ मोमेंटम है वो मास गुना वेलोसिटी है। ठीक है, तो फाइनल मोमेंटम किदे बराबर आ जाऊगा, फाइनल मोमेंटम आ जाऊगा ਜਦੋਂ ਅਸੀਂ ਮਾਸ ਤਾਂ ਫਿਕਸ ਹੁੰਦਾ ਹੈ, ਜਦੋਂ ਅਸੀਂ ਫਾਈਨਲ ਵੈਲੋਸਿਟੀ ਲਵਾਂਗੇ ਅੰਤਮ ਵੇਗ ਜਿਹਨੂੰ v ਨਾਲ ਮੰਨਦੇ ਸੀ, ਤੇ ਇਨੀਸ਼ੀਅਲ ਮੋਮੈਂਟਮ ਕੀ ਆ ਜਾਊਗਾ, ਇਨੀਸ਼ੀਅਲ ਮੋਮੈਂਟਮ ਆ ਜਾਊਗਾ ਮਾਸ ਇਨਟੂ ਇਨੀਸ਼ੀਅਲ ਵੈਲੋਸਿਟੀ। ਤਾਂ ਆਪਾਂ ਨੂੰ ਪਹਿਲਾਂ ਮੋਸ਼ਨ ਚੈਪਟਰ ਆਣਾ ਚਾਹੀਦਾ ਬੇਟਾ, ਉਹਦੀਆਂ ਟਰਮਸ ਆਪਾਂ ਯੂਜ਼ ਕਰ ਰਹੇ ਹਾਂ। ਤਾਂ ਫਾਈਨਲ ਮੋਮੈਂਟਮ mv ਆ ਗਿਆ ਤੇ ਇਨੀਸ਼ੀਅਲ ਮੋਮੈਂਟਮ mu ਆ ਗਿਆ ਬਟਾ ਕੁੱਲ ਸਮਾਂ ਕਿੰਨਾ ਲੱਗਿਆ t। ਮਾਸ ਕਾਮਨ ਆ ਗਿਆ v ਮਾਈਨਸ u ਬਟਾ t, ਤੇ ਆਪਾਂ ਮੋਸ਼ਨ ਵਾਲੇ ਚੈਪਟਰ ਚ ਫਾਰਮੂਲਾ ਪੜਿਆ ਸੀ ਵੀ a ਕਿਹਦੇ ਬਰਾਬਰ ਹੈ, v ਮਾਈਨਸ u ਬਟਾ t। ठीक है, तो v माइनस u बटा t ਇਹਦੇ ਬਰਾਬਰ ਆ ਗਿਆ a ਦੇ, ਤਾਂ ਮਾਸ ਗੁਣਾ ਐਕਸਲਰੇਸ਼ਨ। ਤਾਂ ਇਹ ਸਾਰਾ ਫਾਰਮੂਲਾ ਬੇਟਾ ਸਭ ਨਾਲੋਂ ਇੰਪੋਰਟੈਂਟ ਸਾਡਾ ਫਾਰਮੂਲਾ ਹੈ ਫਿਜ਼ਿਕਸ ਦਾ, ਜਿਹਦੇ ਨਾਲ ਅਸੀਂ ਸਾਰਾ ਕੁਝ ਅੱਗੇ ਕਰਨਾ। ਠੀਕ ਹੈ, ਤਾਂ ਫੋਰਸ ਕਿਹਦੇ ਬਰਾਬਰ ਹੈ, ਮਾਸ ਗੁਣਾ ਐਕਸਲਰੇਸ਼ਨ। ਤਾਂ ਫੋਰਸ ਦਾ ਯੂਨਿਟ ਹੈ ਜਿਹੜਾ ਆਪਾਂ ਨੇ ਕਿਹਾ ਸੀ ਨਿਊਟਨ ਹੈ, ਮਾਸ ਦਾ ਯੂਨਿਟ ਹੁੰਦਾ ਕਿਲੋਗ੍ਰਾਮ, ਐਕਸਲਰੇਸ਼ਨ ਦਾ ਹੁੰਦਾ ਮੀਟਰ ਪ੍ਰਤੀ ਸੈਕਿੰਡ ਸਕੁਅਰ। ਇਹ ਅਸੀਂ मोशन वाले चैप्टर च पढ़िया। तो यदा मतलब देखो 1 न्यूटन किदे बराबर आ गया, 1 किलोग्राम मीटर प्रति सैकेंड स्क्वायर है ना। तो जेड़ा आपा शुरू किया सी इत्थों ही शुरू किया सी आपा ने। ठीक है, तो ये याद रखना, क्वेश्चन आउणगे इहदे बेस पे। नैक्सट है बेटा थर्ड लॉ, तीजा नियम, न्यूटन दी गति दा तीजा नियम। इट स्टेट्स दैट टू एवरी एक्शन देयर इज इक्वल एंड ओपोजिट रिएक्शन। ठीक है, कोई भी क्रिया करन लई कहंदे ਉਹਦੇ ਉੱਤੇ ਬਰਾਬਰ ਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਕੋਈ ਵੀ ਕੰਮ ਕਰੋਗੇ ਜਿੰਨਾ ਤੁਸੀਂ ਬਲ ਲਾਓਗੇ ਉਨਾ ਹੀ ਉਲਟ ਦਿਸ਼ਾ ਚ ਲੱਗੂਗਾ। ਉਹਦੀਆਂ ਦੋ ਐਗਜ਼ਾਮਪਲਸ ਲੈਤੀਆਂ ਬੇਟਾ, ਇੱਕ ਆਪਾਂ ਬੈਲੂਨ ਵਾਲੀ ਲੈਤੀ ਹੈ, ਕਹਿੰਦੇ ਆਮ ਤੌਰ ਤੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖਿਆ ਹੀ ਹੋਣਾ, ਨਹੀਂ ਕੀਤਾ ਤਾਂ ਹੁਣ ਕਰ ਲਿਓ, ਕੋਈ ਫਰਕ ਨਹੀਂ ਪੈਂਦਾ। ਇੱਕ ਗੁਬਾਰਾ ਲਈਓ, ਗੁਬਾਰੇ 'ਚ ਹਵਾ ਭਰੀਓ। ਆਮ ਤੌਰ ਤੇ ਤਾਂ ਆਪਾਂ ਹਵਾ ਭਰ ਕੇ ਉੱਤੇ ਕੋਈ ਰਬੜ ਚੜਾ ਦਿੰਦੇ ਹਾਂ, ਧਾਗਾ ਬੰਨ ਦਿੰਦੇ ਹਾਂ, ਲੇਕਿਨ ਆਪਾਂ ਕੁਝ ਨਹੀਂ ਕਰਨਾ। ਸਿੰਪਲ ਹਵਾ ਭਰਨੀ ਹੈ, ਹਵਾ ਭਰ ਕੇ ਗੁਬਾਰੇ ਨੂੰ ਉਲਟਾ ਕਰਕੇ ਮੂੰਹ ਵਾਲਾ ਪਾਸਾ ਨੀਚੇ ਕਰਕੇ ਉਹਨੂੰ ਐ ਛੱਡ ਦੇਣਾ। ਜਦੋਂ ਛੱਡਾਂਗੇ ਤਾਂ ਇੱਕੋਦਮ ਉਹ ਚੋਂ ਹਵਾ ਨੀਚੇ ਨਿਕਲਦੀ ਹੈ, ਹਵਾ ਨੀਚੇ ਨਿਕਲਦੀ ਹੈ ਤਾਂ ਬੈਲੂਨ ਉੱਪਰ ਚਲਾ ਜਾਂਦਾ ਹੈ। ਠੀਕ ਹੈ, ਤਾਂ ਜੋ ਇਹ ਪਿਕਚਰ ਦਿਖਾਈ ਹੈ ਕਿ 에ਅਰ ਗੋਜ਼ ਡਾਊਨ, ਤਾਂ ਇਹ ਐਕਸ਼ਨ ਹੈ, ਹਵਾ ਨੀਚੇ ਜਾਂਦੀ ਹੈ। ਪਹਿਲਾਂ ਹਵਾ ਨੀਚੇ ਜਾਣਾ ਸ਼ੁਰੂ ਹੁੰਦੀ ਹੈ, ਹਵਾ ਨੀਚੇ ਜਾਂਦੀ ਹੈ ਤਾਂ ਬੈਲੂਨ ਗੋਜ਼ ਅਪ, ਤਾਂ ਬੈਲੂਨ ਉੱਪਰ ਜਾਂਦਾ ਹੈ। ਠੀਕ ਹੈ, ਤਾਂ ਜਿਹੜੇ ਰਾਕਟ ਹੈ, ਰਾਕਟ ਇਸੇ ਸਿਧਾਂਤ ਦੇ ਉੱਤੇ ਚੱਲਦੇ ਆ ਬੇਟਾ। ਤੁਹਾਨੂੰ ਕਈ ਵਾਰ ਇਹ ਵੀ ਕੁਐਸਚਨ ਆ ਜਾਂਦਾ ਵੀ ਰਾਕਟਸ ਦੇ ਵਿੱਚ ਕਿਹੜਾ ਸਿਧਾਂਤ ਵਰਤਿਆ ਜਾਂਦਾ, ਤਾਂ ਥਰਡ ਲਾਅ ਵਰਤਿਆ ਜਾਂਦਾ। ਤਾਂ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੇ ਰਾਕਟ ਹੁੰਦੇ ਆ ਉਹਨਾਂ ਚੋਂ ਨੀਚੇ ਗੈਸਾਂ ਨਿਕਲਦੀਆਂ, ਅੱਗ ਜੀ ਨਿਕਲਦੀ ਹੁੰਦੀ ਹੈ ਨਾ, ਤਾਂ ਬਹੁਤ ਗਤੀ ਨਾਲ ਨਿਕਲਦੀਆਂ। ਫਿਲਮਾਂ 'ਚ ਵੀ ਦੇਖੀ ਹੋਣੀ ਹੈ ਹਨਾ, ਅਕਸ਼ੇ ਕੁਮਾਰ ਦੀ ਫਿਲਮ ਆਈ ਸੀ ਮੰਗਲਯਾਨ ਵਾਲੀ ਹੈ ਨਾ, ਤਾਂ ਬੜੇ ਲਾਰਜ ਸਕੇਲ ਤੇ ਵੱਡੇ ਵੱਡੇ ਦਿਖਾਏ ਸੀ ਉਹਦੇ ਵਿੱਚ। ਤਾਂ ਜਦੋਂ ਇੱਕੋਦਮ ਨੀਚੇ ਨੂੰ ਗੈਸਾਂ ਨਿਕਲਦੀਆਂ ਤਾਂ ਰਾਕਟ ਉੱਪਰ ਜਾਂਦਾ। ਠੀਕ ਹੈ, ਤਾਂ ਇਹ ਵੀ ਆਪਣੇ ਕੋਲੇ ਕੀ ਹੈ, ਇਹਦੀ ਐਗਜ਼ਾਮਪਲ ਹੈ। ਦੇਖੋ ਕਿ ਮੰਨ ਲਓ ਇੱਥੇ ਕਿਸ਼ਤੀ 'ਚ ਇਹਨੇ ਜਾਣਾ ਹੈ, ਤਾਂ ਕੀ ਕੀਤਾ ਆਪਾਂ, ਆਮ ਤੌਰ ਤੇ ਤੁਸੀਂ ਵੀ ਕਦੇ ਦੇਖਿਆ ਹੋਣਾ ਹੈ, ਬੋਟ ਦੇ ਵਿੱਚ ਬੈਠੇ ਆ ਤਾਂ ਆਪਾਂ ਜਦੋਂ ਕਿਨਾਰੇ ਪਹੁੰਚ ਜਾਂਦੇ ਆ ਤਾਂ ਆਪਾਂ ਕਿਨਾਰੇ ਤੇ ਹੱਥ ਰੱਖ ਕੇ ਧੱਕਾ ਮਾਰਦੇ ਆ ਕਿਨਾਰੇ ਨੂੰ। ਤਾਂ ਉਹਦੇ ਨਾਲ ਕੀ ਹੁੰਦਾ, ਕਿਨਾਰਾ ਤਾਂ ਪਰਾਂ ਨਹੀਂ ਜਾਂਦਾ, ਪਰ ਸਾਡੀ ਕਿਸ਼ਤੀ ਪਿਛਲੀ ਦਿਸ਼ਾ 'ਚ ਚਲੀ ਜਾਂਦੀ ਹੈ। ਤਾਂ ਇਹ ਸਿਆਣਾ ਸੀਗਾ, ਇਹਨੇ ਇੱਥੇ ਲੱਤ ਰੱਖੀ ਤੇ ਲੱਤ ਰੱਖ ਕੇ ਇੱਥੇ ਇੱਧਰ ਨੂੰ ਧੱਕਾ ਮਾਰਿਆ। ਜਦੋਂ ਇੱਧਰ ਨੂੰ ਧੱਕਾ ਮਾਰੋਗੇ ਤਾਂ ਕੀ ਹੋਊਗੀ, ਕਿਸ਼ਤੀ ਅੱਗੇ ਜਾ। ठीक है, तो आप एवं नहीं करना, किश्ती च बैठना है, बैठ के दोनों हथों नाल इहनूं धक्का मारांगे तो किश्ती साडी इधर नूं चल पैंदी है। ठीक है, नेक्स्ट है बेटा इंपल्स। इंपल्स मतलब आवेग। द इंपल्स एक्टिंग ऑन ए बॉडी is equal to the product of the force acting on the body and the time for which it acts। कहंदे की है, इंपल्स किदे बराबर है, प्रोडक्ट है। प्रोडक्ट मतलब गुना है, किदी गुना है, फोर्स दी ते टाइम दी। ठीक है, मतलब किसी वस्तु ते कितना बल लग रहा है और वो किन्ने समय तक लग रहा है। ठीक है, उनकी गुना नूं असीं कहने आ इंपल्स। तो वस्तु ते काम करने वाला आवेग किदे बराबर है, कहंदा वस्तु ते काम करने वाले बल अते समय। समा मतलब कितनी देर तक वो बल लग रहा है, दे गुणनफल दे बराबर होता है। ठीक है, तो इंपल्स किदे बराबर है बेटा, फोर्स गुना टाइम। तो फोर्स इत्थे की है अपने कोले, वैक्टर क्वांटिटी है, सदिश राशि है, तो समा जिहड़ा है वो टाइम है जिहड़ा वो स्केलर क्वांटिटी है। तो आपां कहा भी एक वैक्टर ते एक स्केलर नूं जे सीधी गुना कर दईए आपां सिंपल, तो वो वैक्टर क्वांटिटी बनती है। इसलिए जिहड़ा इंपल्स है वो एक सदिश राशि है, वैक्टर है,
ਜੇ ਇਹਦੇ यूनिट ਪੁੱਛਣਗੇ ਤਾਂ यूनिट ਹੁਣ ਦੇਖੋ फोर्स ਦਾ ਸਾਨੂੰ ਪਤਾ ਕੀ ਹੈ ਨਿਊਟਨ ਹੈ ਤੇ ਟਾइम ਦਾ ਕੀ ਹੈ ਸੈਕਿੰਡ ਹੈ। ਤਾਂ ਇੰਪਲਸ ਦਾ ਕਿੰਨਾ ਆ ਜਾਊਗਾ ਨਿਊਟਨ ਸੈਕਿੰਡ। ਨਿਊਟਨ ਸੈਕਿੰਡ ਵੀ ਕਹਿ ਸਕਦੇ ਆ ਜਾਂ ਇਹਨੂੰ ਅਸੀਂ ਨਿਊਟਨ ਦੀ ਜਗ੍ਹਾ ਤੇ ਅਸੀਂ ਫੋਰਸ ਦਾ ਕੀ ਲੈ ਸਕਦੇ ਹਾਂ। ਫੋਰਸ ਦਾ ਹੁੰਦਾ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਸਕੁਅਰ ਤੇ ਟਾਈਮ ਦਾ ਹੁੰਦਾ ਸੈਕਿੰਡ। ਤਾਂ ਦੋਨਾਂ ਨੂੰ ਗੁਣਾ ਕਰਕੇ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ है ना बटे च ना दो बार एक बार कट्टा जाऊ गुना करके तो आ जाऊगा। तो न्यूटन इंटू सैकेंड भी कह सकते हैं या आ भी कह सकते हैं। तो हो सकता है क्वेश्चन चाह वाला पूछ लैन हो सकता है आ वाला पूछ लैन सदिश राशि का पूछणगे फार्मूला पूछणगे। एक ਇਹਦਾ बेटा प्रैक्टिकल क्वेश्चन आता है ठीक है क्वेश्चन थ्योरी च पूछा जाता है कहते देखो जो तुम आम तौर पर ਤੁਹਾਡਾ भी एक्सपीरियंस रहा होना फिजिक्स का सारे नालों वधिया फायदा यही है भी चाहे किसी बंदे ने फिजिक्स पढ़ी है या नहीं पढ़ी एक अनपढ़ बंदा भी है ना उन्हें आपकी जिंदगी च फिजिक्स का कदे पी भी नहीं सुनिया होगा लेकिन उन्हें फिजिक्स के जोड़े एक्सपैरीमेंट है वो सारे हंडाए होंगे क्योंकि ये साडी आम जिंदगी नाल जुड़े हुए हैं। तो जो मान लो एक्सपैरीमेंट किया है कि असी कोई भी गेम खेलते हैं क्रिकेट की एग्जाम्पल है ये तो कोई होर भी गेम खेडो कदे असी बॉल वैसे ही उछाल के एक दूजे को पकड़ाने हैं। तो जो ये बॉल आ रही है ये हाथ इतने है तो बॉल आके ये हाथ नाल टकराऊगी ठीक है। तो असं देखते हैं जो बॉल साढ़े हथ नाल आके इस तरह टकराती है कैच पकड़न लगते हैं तो असं आपके हथ नीचे लै जाते हैं जिवें दिखाया ना कि जो हथ च बॉल आई तो अपने आपके हथ नीवें कर ले है ना। तुम मैच देखते हो टीवी ते या कोई फिल्म च भी कदे देखा हो तो जो भी कैच आता ना तो प्लेयर आपके हथ एवं पिछे लै जाता कहते मैं पिछे क्यों लैके जाता है हथ आपके ठीक है। तो जिवें आ दिखाया भी क्यों लैके गया क्यों लैके गया ताकि समा वधा सके ਉਹਦੇ ਬਾਲ ਦਾ ਉਹਦੇ ਹੱਥਾਂ ਨਾਲ ਜਿਹੜਾ ਕੰਟੈਕਟ ਹੈ ਉਹਦਾ ਟਾਈਮ ਵੱਧ ਜੇ ਠੀਕ ਹੈ ਪਿੱਛੇ ਜਾਣ ਨਾਲ ਵੀ ਉਹਨੂੰ ਜੇ ਮੰਨ ਲਓ ਕਿੱਥੇ ਤਾਂ ਸਿੱਧੀ ਆ ਕੇ ਟਕਰਾ ਗਈ ਕਿੱਥੇ ਉਹਨੂੰ ਮੰਨ ਲਓ 1.5 ਸੈਕਿੰਡ ਮਿਲ ਗਿਆ ਹੱਥ ਪਿੱਛੇ ਚਲੇ ਗਏ ਤਾਂ ਬਾਲ ਦੇ ਨਾਲ ਹੱਥ ਚਲੇ ਗਏ ਠੀਕ ਹੈ। ਤਾਂ ਉਹਦਾ ਫਾਇਦਾ ਕੀ ਹੋਊਗਾ ਉਹਦੇ ਹੱਥਾਂ ਤੇ ਸੱਟ ਘੱਟ ਵੱਜ ਜੇ ਉਹ ਆਪਦੇ ਹੱਥਾਂ ਹੀ ਟਿਕਾ ਕੇ ਰੱਖ ਲੇ ਤੇ ਬਾਲ ਆ ਕੇ ਇੱਕਦਮ ਐ ਵੱਜੇ ਉਹਦੇ ਹੱਥ ਤੇ ਤਾਂ ਉਹਦੇ ਸੱਟ ਜ਼ਿਆਦਾ ਵੱਜਦੀ ਹੈ। ਤਾਂ ਜਦੋਂ ਬਾਲ ਟੱਚ ਕਰਦੀ ਉਹ ਬਾਲ ਦੇ ਨਾਲ ਆਪਦੇ ਹੱਥ ਨੀਚੇ ਲੈ ਜਾਂਦਾ ਤਾਂ ਉਹਦੇ ਨਾਲ ਕੀ ਹੁੰਦਾ ਉਹਦੇ ਸੱਟ ਘੱਟ ਵੱਜਦੀ ਤਾਂ ਇਹਦੇ ਵਿੱਚ ਕਨਸੈਪਟ ਕੀ ਹੈ ਅਸੀਂ ਕਹਿੰਦੇ ਵੀ ਉਹਨੇ ਟਾਈਮ ਵਧਾਤਾ ਤਾਂ ਜਦੋਂ ਟਾਈਮ ਵੱਧ ਗਿਆ ਤਾਂ ਫੋਰਸ ਕੀ ਹੋਊਗੀ ਘਟ ਗਈ ਠੀਕ ਹੈ ਕਿਉਂਕਿ ਫੋਰਸ ਗੁਣਾ ਟਾਈਮ ਬਰਾਬਰ ਆ ਰਹੂਗਾ ਕਾਂਸਟੈਂਟ ਰਹੂਗਾ। ਤਾਂ ਟਾਈਮ ਦੇ ਵਧਣ ਨਾਲ ਉਹਦੇ ਹੱਥਾਂ ਦੇ ਉੱਤੇ ਜਿਹੜਾ ਫੋਰਸ ਲੱਗ ਰਹੀ ਹੈ ਬਲ ਲੱਗ ਰਿਹਾ ਉਹ ਘੱਟ ਲੱਗਦਾ ਤੇ ਜੇ ਬਲ ਘੱਟ ਲੱਗੂਗਾ ਤਾਂ ਸੱਟ ਵੀ ਘੱਟ ਵੱਜੂਗੀ। ਤਾਂ ਆਪਾਂ ਨੂੰ ਕੁਐਸਚਨ ਆਉਂਦਾ ਇਹ ਕਿ ਪਲੇਅਰ ਆਪਦੇ ਹੱਥ ਨੀਚੇ ਕਿਉਂ ਲੈ ਜਾਂਦਾ ਤਾਂ ਆਪਾਂ ਕਹਿੰਦੇ ਆ ਸਮਾਂ ਵਧਾਉਣ ਵਾਸਤੇ ਤਾਂ ਕਿ ਉਹਦੇ ਚੋਟ ਘੱਟ ਲੱਗੇ ਫੋਰਸ ਘੱਟ ਲੱਗੇ ਠੀਕ ਹੈ। ਨੈਕਸਟ ਹੈ ਬੇਟਾ ਫੋਰਸ ਆਫ ਫ੍ਰਿਕਸ਼ਨ ਰਗੜ ਬਲ ਠੀਕ ਹੈ। ਤਾਂ ਇਹਦੇ ਨਾਲ ਰਿਲੇਟਡ ਵੀ ਸਾਨੂੰ ਕਈ ਕੁਐਸਚਨ ਪਾਉਂਦੇ ਬੇਟਾ ਕਹਿੰਦੇ ਫੋਰਸ ਵਿਚ ਆਲਵੇਜ਼ ਅਪੋਜ਼ਿਸ ਦਾ ਮੋਸ਼ਨ ਆਫ one body over another body in contact which is called the force of friction or simply friction। बहुत ਵਧੀਆ ਚੀਜ਼ ਹੈ ਇਹ ਕਹਿੰਦਾ ਉਹ ਬਲ ਜੋ ਦੋ ਸਪਰਸ਼ ਕਰ ਰਹੀਆਂ ਵਸਤੂਆਂ ਵਿਚਕਾਰ ਵਸਤੂਆਂ ਦੀ ਗਤੀ ਦਾ ਵਿਰੋਧ ਕਰਦਾ ਹੈ ਉਸ ਨੂੰ ਰਗੜ ਬਲ ਜਾਂ ਸਿਰਫ ਰਗੜ ਕਿਹਾ ਜਾਂਦਾ ਹੈ ਠੀਕ ਹੈ। ਤਾਂ ਫ੍ਰਿਕਸ਼ਨ ਰਗੜ ਬਲ ਜਿਹਨੂੰ ਅਸੀਂ ਕਹਿੰਦੇ ਆ ਫ੍ਰਿਕਸ਼ਨ ਲੱਗਦਾ ਕਦੋਂ ਹੈ ਦੋ ਵਸਤੂਆਂ 'ਚ ਲੱਗੂ ਦੋਨੋਂ ਵਸਤੂਆਂ ਸਪਰਸ਼ ਕਰਨੀਆਂ ਚਾਹੀਦੀਆਂ ਇੱਕ ਦੂਜੇ ਨੂੰ ਟੱਚ ਕਰਨੀਆਂ ਚਾਹੀਦੀਆਂ ਜੇ ਮੰਨ ਲਓ ਆਪਾਂ ਹਵਾ 'ਚ ਬਾਲ ਸਿੱਟਤੀ ਤਾਂ ਉਹਦੇ ਉੱਤੇ ਹਵਾ ਦਾ ਫ੍ਰਿਕਸ਼ਨ ਲੱਗੂ ਲੇਕਿਨ ਜਦੋਂ ਬਾਲ ਨੂੰ ਫਰਸ਼ ਤੇ ਰੋੜਤਾ ਤਾਂ ਬਾਲ ਦੇ ਉੱਤੇ ਫਰਸ਼ ਦਾ ਫ੍ਰਿਕਸ਼ਨ ਲੱਗੂ ਕਿਉਂਕਿ ਉਹ ਫਰਸ਼ ਨੂੰ ਟੱਚ ਕਰ ਰਹੀ ਹੈ। ਤਾਂ ਪਹਿਲੀ ਗੱਲ ਤਾਂ ਕਹਿੰਦਾ ਸਪਰਸ਼ ਕਰਦੀਆਂ ਵਸਤੂਆਂ ਦੇ ਵਿੱਚ ਲੱਗੂਗਾ ਠੀਕ ਹੈ ਸਪਰਸ਼ ਕਰਨੀਆਂ ਚਾਹੀਦੀਆਂ ਜਦੋਂ ਇੱਕ ਸਤਹ ਦੇ ਉੱਤੇ ਦੂਜੀ ਸਤਹ ਚੱਲ ਰਹੀ ਹੈ ਤਾਂ ਉਹ ਆਪਸ 'ਚ ਰਗੜ ਖਾਂਦੀ ਹੈ ਉਹਨੂੰ ਅਸੀਂ ਕਹਿੰਦੇ ਆ ਫ੍ਰਿਕਸ਼ਨ ਠੀਕ ਹੈ। ਤਾਂ ਫ੍ਰਿਕਸ਼ਨ ਇਜ਼ ਡਿਊ ਟੂ ਦਾ ਰਫਨੈਸ ਆਫ ਦਾ ਟੂ ਬਾਡੀਜ਼ ਇਨ ਕੰਟੈਕਟ ਕਹਿੰਦਾ ਸਪਰਸ਼ ਕਰ ਰਹੀਆਂ ਵਸਤੂਆਂ ਵਿਚਕਾਰ ਖੁਰਦਰਾਪਨ ਹੋਣ ਕਾਰਨ ਰਗੜ ਹੁੰਦੀ ਹੈ। ਤਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਿੰਨਾ ਖੁਰਦਰਾਪਨ ਜ਼ਿਆਦਾ ਹੁੰਦਾ ਉਨੀ ਜ਼ਿਆਦਾ ਰਗੜ ਪੈਂਦੀ ਹੈ ਹਨਾ। ਕਈ ਜੇ ਹੁਣ ਅਸੀਂ ਮੰਨ ਲਓ ਇੱਕ ਬਾਲ ਹੈ ਸੜਕ ਤੇ ਰੋੜਦੇ ਆ ਤਾਂ ਘੱਟ ਦੂਰ ਜਾਂਦੀ ਹੈ ਲੇਕਿਨ ਜਦੋਂ ਹੀ ਅਸੀਂ ਘਰੇ ਪੱਥਰ ਵਾਲੇ ਫਰਸ਼ ਤੇ ਰੋੜਦੇ ਆ ਤਾਂ ਜ਼ਿਆਦਾ ਦੂਰ ਚਲੀ ਜਾਂਦੀ ਹੈ ਕਿਉਂਕਿ ਪੱਥਰ ਦੇ ਉੱਤੇ ਕੀ ਹੈ ਮੁਲਾਇਮ ਹੋ ਜਾਂਦਾ ਰਗੜ ਘਟ ਜਾਂਦੀ ਹੈ ਤਾਂ ਫ੍ਰਿਕਸ਼ਨ ਘਟ ਜਾਂਦਾ ਹੈ ਤਾਂ ਉਹ ਜ਼ਿਆਦਾ ਦੂਰ ਚਲੀ ਜਾਂਦੀ ਹੈ ਠੀਕ ਹੈ। ਤਾਂ ਫ੍ਰਿਕਸ਼ਨ ਇਜ਼ ਨੈਸੈਸਰੀ ਈਵਲ ਬਿਕੋਜ਼ ਇਟ ਇਜ਼ ਯੂਜ਼ਫੁਲ ਐਜ਼ ਵੈਲ ਐਜ਼ ਹਾਰਮਫੁਲ। ਤਾਂ ਰਗੜ ਕਹਿੰਦਾ ਜ਼ਰੂਰੀ ਬੁਰਾਈ ਹੈ ਕਿਉਂਕਿ ਇਹ ਲਾਭਦਾਇਕ ਹੋਣ ਦੇ ਨਾਲ ਨਾਲ ਨੁਕਸਾਨਦਾਇਕ देखो नुकसान तो दिखी जाता है पर लाभदायक भी है। लाभदायक क्यों है अगर आप ध्यान नाल देखिए तो देखो एक तो आप एग्जांपल लेते हो टायर की टायर है अपने को है ना। तो टायर दे विच अगर तुसी ध्यान नाल देखो घरे अपने कोई व्हीकल खड़ा हुंदा तो तुसी ओदे विच टायर देखदे हो तो टायर दे विच आ देखो निशान बने इस तरह कट पाए हुए हैं ठीक है। ये कट क्यों पाते हैं कहते टायर दे विच
ठीक है। या देखो अपने बूट है, बूट ਦੇ ਨੀਚੇ ਕੀ ਹੈ, ਉਬੜ ਖਬੜ ਜਿਹਾ ਬਣਾ ਦਿੰਦੇ ਆ। ਇਹ ਕਿਉਂ ਬਣਾ ਦਿੰਦੇ ਆ? ਠੀਕ ਹੈ, ਕਿਉਂਕਿ ਅਸੀਂ ਚੱਲਣਾ ਹੈ ਸੜਕ ਦੇ ਉੱਤੇ, ਹਨਾ। ਤਾਂ ਟਾਇਰ ਨੇ ਸੜਕ ਦੇ ਉੱਤੇ ਚੱਲਣਾ ਹੈ, ਤਾਂ ਚੱਲਣ ਨਾਲ ਫ੍ਰਿਕਸ਼ਨ ਹੁੰਦਾ ਹੈ, ਆਪਸ 'ਚ ਰਗੜ ਪੈਂਦੀ ਹੈ। ਇਹ ਕੱਟ ਤਾਂ ਪਾਉਂਦੇ ਆ ਵੀ ਏਰੀਆ ਘਟ ਜੇ, ਜਿੰਨਾ ਜ਼ਿਆਦਾ ਏਰੀਆ ਹੋਊਗਾ ਬੇਟਾ ਉਨੀ ਜ਼ਿਆਦਾ ਰਗੜ ਪਊਗੀ। ਠੀਕ ਹੈ, ਤਾਂ ਇਹ ਰਗੜ ਨੂੰ ਘਟਾਉਣ ਵਾਸਤੇ ਵਿੱਚੋਂ ਅਸੀਂ ਖਾਲੀ ਕਰ ਦਿੰਦੇ ਆ ਵੀ ਰਗੜ ਦਾ ਏਰੀਆ ਘਟ ਜੇ। ਤੁਸੀਂ ਇੱਕ ਸਿੰਪਲ ਐਗਜ਼ਾਮਪਲ ਤੁਹਾਨੂੰ ਅਗਰ ਮੈਂ ਦੱਸਾਂ, ਤੁਸੀਂ ਆਪਣੀ ਲਾਈਫ 'ਚ ਦੇਖੀ ਹੋਏ, ਕਿਉਂਕਿ ਕਾਰ ਸਕੂਟਰ ਐਕਟਿਵਾ 'ਚ ਤਾਂ ਨਹੀਂ ਪਤਾ ਲੱਗਦਾ, ਪਰ ਜਦੋਂ ਅਸੀਂ ਸਾਈਕਲ ਚਲਾਉਂਦੇ ਆ, ਤਾਂ ਜਦੋਂ ਸਾਈਕਲ ਦੇ ਟਾਇਰਾਂ ਦੇ ਵਿੱਚ ਹਵਾ ਘੱਟ ਹੁੰਦੀ ਹੈ, ਉਦੋਂ ਜਦੋਂ ਅਸੀਂ ਚਲਾਉਂਦੇ ਆ ਤਾਂ ਉਦੋਂ ਸਾਡਾ ਜ਼ੋਰ ਜ਼ਿਆਦਾ ਲੱਗਦਾ ਹੈ। ਠੀਕ ਹੈ, ਤਾਂ ਕਿਉਂਕਿ ਜਦੋਂ ਸਾਈਕਲ ਦੇ ਟਾਇਰ ਦੇ ਵਿੱਚ ਹਵਾ ਘੱਟ ਹੁੰਦੀ ਹੈ, ਜੋ ਤਾਂ ਹਵਾ ਜ਼ਿਆਦਾ ਹੁੰਦੀ ਹੈ ਟਾਇਰ ਦੇ ਵਿੱਚ ਪੂਰੀ ਹਵਾ ਹੁੰਦੀ ਹੈ, ਉਦੋਂ ਟਾਇਰ ਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਜਦੋਂ ਹਵਾ ਘੱਟ ਜਾਂਦੀ ਹੈ ਉਦੋਂ ਟਾਇਰ ਦੀ ਸ਼ੇਪ ਇਸ ਤਰ੍ਹਾਂ ਹੋ ਜਾਂਦੀ ਹੈ, ਫਲੈਟ ਹੋ ਜਾਂਦਾ ਟਾਇਰ। ਤਾਂ ਜਦੋਂ ਇਸ ਤਰ੍ਹਾਂ ਦੀ ਸ਼ੇਪ ਹੈ ਬੇਟਾ, ਤਾਂ ਉਹਦਾ ਥੋੜਾ ਜਿਹਾ ਏਰੀਆ ਸੜਕ ਨਾਲ ਟੱਚ ਕਰਦਾ ਹੈ, ਤੇ ਜਦੋਂ ਹਵਾ ਘਟ ਜਾਂਦੀ ਹੈ ਤਾਂ ਉਹਦਾ ਜ਼ਿਆਦਾ ਏਰੀਆ ਸੜਕ ਨਾਲ ਟੱਚ ਕਰਨ ਲੱਗ ਜਾਂਦਾ। ਤਾਂ ਜ਼ਿਆਦਾ ਏਰੀਆ ਸੜਕ ਨਾਲ ਟੱਚ ਕਰੂਗਾ ਤਾਂ ਫ੍ਰਿਕਸ਼ਨ ਵੀ ਜ਼ਿਆਦਾ ਲੱਗੂਗਾ, ਤੇ ਇਸੇ ਕਰਕੇ ਕੀ ਹੈ, ਸਾਨੂੰ ਚਲਾਉਣ 'ਚ ਔਖਾ ਲੱਗਦਾ ਸਾਈਕਲ। ਤਾਂ ਪਤਾ ਲੱਗਦਾ ਵੀ ਹਵਾ ਭਰਾ ਲਓ। ਐਕਟਿਵਾ ਜਾਂ ਕਾਰ ਹੈ ਤਾਂ ਉਹਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ, ਲੇਕਿਨ ਉਹਦੇ ਵਿੱਚ ਵੀ ਕਹਿੰਦੇ ਆ ਵੀ ਹਵਾ ਚੈੱਕ ਕਰਾ ਕੇ ਰੱਖੋ। ਹਵਾ ਘੱਟ ਹੈ ਤਾਂ ਉਹਦੇ ਨਾਲ ਸਾਨੂੰ ਤਾਂ ਨਹੀਂ ਫਰਕ ਪੈਣਾ, ਅਸੀਂ ਤਾਂ ਰੇਸ ਵੱਧ ਖਿੱਚ ਦਾਂਗੇ, ਲੇਕਿਨ ਸਾਡੀ ਜਿਹੜੀ ਐਵਰੇਜ ਹੈ, ਪੈਟਰੋਲ ਹੈ, ਉਹ ਜ਼ਿਆਦਾ ਯੂਜ਼ ਹੁੰਦਾ ਹੈ। ਤੇ ਇਸ ਕਰਕੇ ਅਗਰ ਹਵਾ ਪ੍ਰੋਪਰ ਹੈ ਤਾਂ ਉਹਦੀ ਸ਼ੇਪ ਹੈ ਜਿਹੜੀ ਟਾਇਰ ਦੀ, ਜੋ ਪ੍ਰੈਸਕ੍ਰਾਈਬਡ ਹੈ ਉਹ ਸ਼ੇਪ ਬਣ ਜਾਂਦੀ ਹੈ ਪ੍ਰੋਪਰ ਹਵਾ ਨਾਲ। ਤਾਂ ਉਹਦਾ ਏਰੀਆ ਹੈ ਜਿਹੜਾ, ਉਹ ਜਿੰਨਾ ਚਾਹੀਦਾ ਉਨਾ ਹੀ ਟੱਚ ਕਰਦਾ, ਤਾਂ ਉਨਾ ਟੱਚ ਕਰਦਾ ਤਾਂ ਪੈਟਰੋਲ ਘੱਟ ਲੱਗਦਾ। ਲੇਕਿਨ ਜਦੋਂ ਹਵਾ ਘੱਟ ਜੂਗੀ ਤਾਂ ਉਹ ਫਲੈਟ ਹੋ ਜਾਊਗਾ, ਤਾਂ ਉਹਦੇ ਨਾਲ ਕੀ ਹੋਊਗਾ, ਉਹਦਾ ਏਰੀਆ ਵੱਧ ਜਾਊਗਾ। ਠੀਕ ਹੈ, ਤਾਂ ਇਹ ਸਾਡੇ ਪੈਰਾਂ, ਜਿਹੜੇ ਅਸੀਂ ਚੱਪਲ ਬੂਟ ਕੋਈ ਵੀ ਪਾਉਂਦੇ ਆ, ਤੁਸੀਂ ਕੋਈ ਵੀ ਦੇਖੋਗੇ ਨੀਚੇ ਉਹਦੇ ਇਹੋ ਜਿਹੀ ਸ਼ੇਪ ਹੀ ਬਣੀ ਹੁੰਦੀ ਹੈ, ਜ਼ਿਆਦਾਤਰ ਕੱਟ ਪਾਏ ਹੁੰਦੇ ਆ ਚੱਪਲਾਂ ਦੇ ਨੀਚੇ ਵੀ। ਤਾਂ ਕਈ ਵਾਰ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਦੋਂ ਚੱਪਲਾਂ ਦੇ ਨੀਚੇ ਜਿਹੜੇ ਕੱਟ ਪਾਏ ਆ ਬੇਟਾ, ਉਹ ਕੱਟ ਘਸ ਜਾਂਦੇ ਆ, ਚੱਪਲ ਟਾਈਮ ਪੈ ਕੇ ਘਸ ਜਾਂਦੀ ਹੈ, ਤਾਂ ਕੀ ਹੁੰਦਾ, ਸਲਿੱਪ ਕਰਨ ਲੱਗ ਜਾਂਦੀ ਹੈ, ਹਨਾ, ਸਲਿੱਪ ਕਰਨ ਲੱਗ ਜਾਂਦੀ ਹੈ। ਤਾਂ ਉਹ ਜਿਹੜੇ ਕੱਟਸ ਪਾਏ ਆ ਨਾ, ਉਹ ਫ੍ਰਿਕਸ਼ਨ ਵਾਸਤੇ ਪਾਏ ਆ, ਵੀ ਰਗੜ ਪਵੇ ਫਰਸ਼ ਤੇ, ਕਿਉਂਕਿ ਜਦੋਂ ਮਾਰਬਲ ਦਾ ਫਰਸ਼ ਹੈ, ਮਾੜਾ ਜਿਹਾ ਪਾਣੀ ਹੈ, ਚੱਪਲ ਗਿੱਲੀ ਹੈ, ਤਾਂ ਉਹ ਬਿਲਕੁਲ ਪਲੇਨ ਲੇਅਰਸ ਬਣ ਜਾਂਦੀਆਂ, ਤੇ ਵਿੱਚ ਉਹਦੇ ਜਿਹੜਾ ਪਾਣੀ ਹੈ ਉਹ ਗਰੀਸਿੰਗ ਦਾ ਕੰਮ ਕਰਦਾ, ਤੇ ਉਹ ਬੰਦਾ ਸਲਿੱਪ ਕਰ ਜਾਂਦਾ। ਠੀਕ ਹੈ, ਤਾਂ ਇਸ ਲਈ ਫ੍ਰਿਕਸ਼ਨ ਹੈ ਜਿਹੜਾ, ਉਹ ਮਾੜਾ ਤਾਂ ਹੈਗਾ ਹੀ ਹੈਗਾ, ਲੇਕਿਨ ਉਹਦਾ ਫਾਇਦਾ ਹੈ ਵੀ ਜੇ ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਚੱਲ ਨਹੀਂ ਸਕਦੇ। ਠੀਕ ਹੈ, ਤਾਂ ਉਹਦੀ ਸਿੰਪਲ ਐਗਜ਼ਾਮਪਲ ਹੈ, ਦੇਖੋ ਕਿ ਆਈਸ ਹੈ, ਆਈਸ ਦੇ ਉੱਤੇ ਅਸੀਂ ਆਹ ਸਕੀਇੰਗ ਦੇ ਪਾ ਲਏ। ਸਕੀਇੰਗ ਕਿਉਂ ਪਾਈ ਹੈ? ਕਿਉਂਕਿ ਇਹ ਸਰਫੇਸ ਵਧਾਉਣ ਵਾਸਤੇ। ਠੀਕ ਹੈ, ਪੈਰ ਹੈ ਤਾਂ ਵਿੱਚ ਖੁੱਲਦਾ, ਇਹਦੇ ਨਾਲ ਸਰਫੇਸ ਦਾ ਏਰੀਆ ਵਧਾਤਾ, ਏਰੀਆ ਵਧਾ ਕੇ ਨੀਚੋਂ ਸਮੂਥ ਕਰਤੀ, ਤਾਂ ਆਈਸ ਦੇ ਉੱਤੇ ਅਸੀਂ ਸਕੀਇੰਗ ਕਰ ਸਕਦੇ ਹਾਂ, ਸਲਿਪ ਕਰ ਸਕਦੇ ਹਾਂ। ਘਾਹ ਦੇ ਉੱਤੇ ਅਸੀਂ ਐਵੇਂ ਨਹੀਂ ਕਰ ਸਕਦੇ, ਚਾਹੇ ਉਹ ਟੇਪਰ ਹੀ ਕਿਉਂ ਨਾ ਹੋਏ, ਪਹਾੜਾਂ ਦੇ ਉੱਤੇ ਜਾਂ ਕਈ ਵਾਰ ਲੌਨ ਹੁੰਦੇ ਆ ਇਸ ਤਰ੍ਹਾਂ ਟੇਪਰ, ਉੱਥੇ ਵੀ ਅਸੀਂ ਨਹੀਂ ਕਰ ਸਕਦੇ। ਪਰ ਅਗਰ ਤੁਸੀਂ ਕਦੇ ਦੇਖਿਆ ਹੋਇਆ ਐਕਸਪੈਰੀਮੈਂਟਲੀ, ਕਿ ਜਦੋਂ ਸਵੇਰੇ ਸਵੇਰੇ ਅਸੀਂ ਉੱਠਦੇ ਹਾਂ, ਘਾਹ ਦੇ ਉੱਤੇ ਪਾਣੀ ਪਿਆ ਹੁੰਦਾ, ਪਾਣੀ ਦੀਆਂ ਬੂੰਦਾਂ ਹੁੰਦੀਆਂ, ਉਦੋਂ ਅਸੀਂ ਘਾਹ ਦੇ ਉੱਤੇ ਵੀ ਸਲਿੱਪ ਕਰੀ ਜਾਂਦੇ ਹਾਂ। ਠੀਕ ਹੈ, ਕਿਉਂਕਿ ਪਾਣੀ ਇੱਕ ਤਰ੍ਹਾਂ ਦਾ ਗਰੀਸਿੰਗ ਦਾ ਕੰਮ ਕਰਦਾ। ਠੀਕ ਹੈ, ਉਸੇ ਤਰੀਕੇ ਨਾਲ ਜਿਹੜੇ ਟਾਇਰਸ ਆ ਸਾਡੇ ਸੜਕ ਦੇ ਉੱਤੇ ਵਧੀਆ ਚੱਲਦੇ ਆ, ਪੂਰਾ ਸਪੀਡ ਤੇ ਜਾਂਦੇ, ਇੱਕਦਮ ਬ੍ਰੇਕ ਲਗਾਉਂਦੇ ਆ, ਬ੍ਰੇਕ ਲੱਗ ਜਾਂਦੇ ਆ, ਲੇਕਿਨ ਜਦੋਂ ਕਦੇ ਬਾਰਿਸ਼ ਪਈ ਹੁੰਦੀ ਹੈ ਤੇ ਅਸੀਂ ਬ੍ਰੇਕ ਲਗਾਉਂਦੇ ਹਾਂ ਤਾਂ ਸਲਿੱਪ ਕਰ ਦਿੰਦੇ ਆ, ਸਕਿੱਡ ਬੋਲਦੇ ਆ ਉਹਨੂੰ ਅਸੀਂ, ਸਲਿੱਪ ਦੀ ਜਗ੍ਹਾ ਸਕਿੱਡ ਕਰਦੀ ਹੈ, ਅੱਗੇ ਨੂੰ ਚਲੀ ਜਾਂਦੀ ਹੈ ਬ੍ਰੇਕ ਲਾਏ ਤੋਂ ਬਾਅਦ ਵੀ, ਹਨਾ। ਐਕਟਿਵਾ ਹੁੰਦੀ ਹੈ, ਇੱਕਦਮ ਬ੍ਰੇਕ ਲਗਾਉਂਦੇ ਆ, ਸਲਿੱਪ ਕਰਕੇ ਪਲਟ ਜਾਂਦੀ ਹੈ, ਕਾਰਨ ਫ੍ਰਿਕਸ਼ਨ ਘਟ ਜਾਂਦਾ, ਕਿਉਂਕਿ ਜਿਹੜੇ ਟਾਇਰ ਬਣਾਏ ਗਏ ਆ, ਉਹਨਾਂ ਦਾ ਜਿਹੜੀ ਸ਼ੇਪ ਹੈ, ਉਹਨਾਂ ਦਾ ਜਿਹੜਾ ਫ੍ਰਿਕਸ਼ਨ ਹੈ, ਉਹ ਇਸ ਤਰੀਕੇ ਦਾ ਬਣਾਇਆ ਗਿਆ ਹੈ ਵੀ ਨਾਰਮਲ ਰੋਡ ਦੇ ਉੱਤੇ ਉਹ ਸਹੀ ਚੱਲਣ, ਕਿਉਂਕਿ ਬਾਰਿਸ਼ ਤਾਂ ਕਿਸੇ ਟਾਈਮ ਹੋਣੀ। ਠੀਕ ਹੈ, ਜੇ ਬਾਰਿਸ਼ ਦੇ ਹਿਸਾਬ ਦਾ ਫ੍ਰਿਕਸ਼ਨ ਬਣਾ ਦਾਂਗੇ ਤਾਂ ਉਹਨਾਂ ਦੀ ਬਾਕੀ 11 ਮਹੀਨੇ ਉਹ ਬਹੁਤ ਜ਼ਿਆਦਾ ਪੈਟਰੋਲ ਯੂਜ਼ ਕਰਨਗੇ, એનર્ਜੀ ਬਹੁਤ ਜ਼ਿਆਦਾ ਚਾਹੀਦੀ ਹੈ। ਠੀਕ ਹੈ, ਤਾਂ ਉੱਥੇ ਕੀ ਹੁੰਦਾ ਹੈ, ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਜਾਂ ਕਿਤੇ ਗਿੱਲੀ ਸੜਕ ਹੁੰਦੀ ਹੈ, ਤਾਂ ਉੱਥੇ ਫ੍ਰਿਕਸ਼ਨ ਘਟ ਜਾਂਦਾ। ਠੀਕ ਹੈ, ਤਾਂ ਫ੍ਰਿਕਸ਼ਨ ਸਾਡੇ ਲਈ ਜ਼ਰੂਰੀ ਹੈ, ਜੇ ਫ੍ਰਿਕਸ਼ਨ ਨਾ ਹੋਵੇ ਅਸੀਂ ਚੱਲ ਨਹੀਂ ਸਕਦੇ। ਠੀਕ ਹੈ, ਤਾਂ ਅਸੀਂ ਦੇਖਿਆ ਜਦੋਂ ਕਈ ਵਾਰ ਘਰਾਂ 'ਚ ਕੰਮ ਚੱਲਦਾ ਹੁੰਦਾ, ਸਾਡਾ ਘਰ ਬਣ ਰਿਹਾ ਹੁੰਦਾ, ਤਾਂ ਪੱਥਰ ਲੱਗਿਆ ਹੁੰਦਾ ਤੇ ਲੱਕੜ ਦਾ ਕੰਮ ਚੱਲਦਾ, ਤਾਂ ਉਹ ਲੱਕੜ ਦਾ ਬੂਰ ਹੁੰਦਾ ਬੇਟਾ, ਬੁਰਾਦਾ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ। ਜਦੋਂ ਪੱਥਰ ਦੇ ਉੱਤੇ ਪਿਆ ਤਾਂ ਬੱਚੇ ਆਮ ਤੌਰ ਤੇ ਖੇਡਦੇ ਆ, ਭੱਜ ਜਾਂਦੇ ਆ, ਸਲਿੱਪਾਂ ਮਾਰਦੇ ਆ, ਹਨਾ, ਕਿਉਂਕਿ ਪੱਥਰ ਦਾ ਜਿਹੜਾ ਬੁਰਾਦਾ ਹੈ ਉਹ ਵੀ ਗਰੀਸਿੰਗ ਦਾ ਕੰਮ ਕਰਦਾ ਆਪਣੇ ਲਈ। ਠੀਕ ਹੈ, ਤਾਂ ਉਹਦੇ ਨਾਲ ਕੀ ਹੈ, ਫ੍ਰਿਕਸ਼ਨ ਘਟ ਜਾਂਦਾ, ਤਾਂ ਜਦੋਂ ਅਸੀਂ ਚੱਲਣਾ ਹੁੰਦਾ ਤਾਂ ਸਾਡੇ ਤੋਂ ਚੱਲਿਆ ਨਹੀਂ ਜਾਂਦਾ, ਪੈਰ ਸਲਿੱਪ ਕਰਦਾ। ਤਾਂ ਫ੍ਰਿਕਸ਼ਨ ਜ਼ਰੂਰੀ ਹੈ, ਫ੍ਰਿਕਸ਼ਨ ਨਾ ਹੋਏ ਅਸੀਂ ਚੱਲ ਨਹੀਂ ਸਕਦੇ। ਠੀਕ ਹੈ, ਪੈਨ ਨਾਲ ਅਸੀਂ ਕਾਗਜ਼ ਤੇ ਲਿਖ ਨਹੀਂ ਸਕਦੇ ਜੇ ਪੈਨ ਦੀ ਨਿੱਬ ਦਾ ਫ੍ਰਿਕਸ਼ਨ ਨਾ ਹੋਵੇ। ਉਹ ਫ੍ਰਿਕਸ਼ਨ ਹੈ, ਰਗੜ ਪੈਂਦੀ ਹੈ, ਤਾਂ ਹੀ ਉਹ ਨਿੱਬ ਚੋਂ ਉਹ ਬਾਲ ਘੁੰਮਦੀ ਹੈ, ਤੇ ਬਾਲ ਘੁੰਮਦੀ ਹੈ ਤਾਂ ਇੰਕ ਬਾਹਰ ਆਉਂਦੀ ਹੈ। ਜੇ ਬਿਲਕੁਲ ਸਮੂਥ ਸਰਫੇਸ ਹੋਊਗੀ ਤਾਂ ਉੱਥੇ ਪੈਨ ਨਹੀਂ ਚੱਲੂਗਾ ਸਾਡਾ। ਠੀਕ ਹੈ, ਤਾਂ ਫ੍ਰਿਕਸ਼ਨ ਸਾਡੇ ਲਈ ਜ਼ਰੂਰੀ ਵੀ ਹੈ,
ਮਾੜਾ ਵੀ ਹੈ, ਮਾੜਾ ਇਹ ਹੈ ਕਿਉਂਕਿ ਜੇ ਫ੍ਰਿਕਸ਼ਨ ਨਾ ਹੋਵੇ ਤਾਂ ਚੀਜ਼ ਬਹੁਤ ਦੂਰ ਤੱਕ ਚਲੀ ਜਾਵੇ, ਹਨਾ। ਤਾਂ ਕਾਰ ਹੈ ਜਿਹੜੀ ਉਹ ਆਪਾਂ ਕਹਿੰਦੇ ਆ 15 ਦੀ ਸਪੀਡ ਦਿੰਦੀ ਹੈ, ਜੇ ਸੜਕ ਬਿਲਕੁਲ ਫ੍ਰਿਕਸ਼ਨਲੈਸ ਹੋਵੇ, ਕਾਰ ਨੂੰ ਇੱਕ ਵਾਰ ਧੱਕਾ ਮਾਰੀਏ ਬਠਿੰਡੇ ਤੋਂ ਚੰਡੀਗੜ੍ਹ ਤੱਕ ਤਾਂ ਹੀ ਚਲੀ ਜਾਏ। ਪਰ ਰੋਲਾ ਇਹ ਹੈ ਵੀ ਜੇ ਰਸਤੇ 'ਚ ਕੋਈ ਚੀਜ਼ ਆ ਗਈ ਰੁਕਣੀ ਨਹੀਂ, ਤਾਂ ਉਹਨੂੰ ਰੋਕਣ ਵਾਸਤੇ ਸਾਨੂੰ ਚਾਹੀਦਾ ਹੈ ਕਿ ਫ੍ਰਿਕਸ਼ਨਲ ਫੋਰਸ ਬਣਾਉਣ ਵਾਸਤੇ, ਅਦਰਵਾਈਜ਼ ਤਾਂ ਅਸੀਂ ਇਹੋ ਜਿਹੀਆਂ ਬਣਾਉਂਦੇ ਵੀ ਸਿੱਧੀਆਂ ਜਾਂਦੀਆਂ ਜੀ, ਪੈਟਰੋਲ ਲੱਗਣਾ ਹੀ ਨਹੀਂ ਸੀ। ਠੀਕ ਹੈ। ਤਾਂ ਮੈਥਡਸ ਟੂ ਰਿਡਿਊਸ ਫ੍ਰਿਕਸ਼ਨ, ਤਾਂ ਕਹਿੰਦੇ ਜਿੱਥੇ ਨਹੀਂ ਚਾਹੀਦਾ ਉੱਥੇ ਉਹਨੂੰ ਘਟਾਉਣਾ ਪੈਂਦਾ, ਘਟਾਵਾਂਗੇ ਤਾਂ ਫਾਇਦਾ ਹੋਊਗਾ, ਜਿੱਥੇ ਚਾਹੀਦਾ ਉੱਥੇ ਤਾਂ ਚਾਹੀਦਾ ਹੀ ਹੈ। ਤਾਂ ਫ੍ਰਿਕਸ਼ਨ ਨੂੰ, ਰਗੜ ਨੂੰ ਘਟਾਉਣ ਦੇ ਕਹਿੰਦਾ ਕਿਹੜੇ ਕਿਹੜੇ ਤਰੀਕੇ ਵਰਤੇ ਜਾ ਸਕਦੇ ਆ। ਤਾਂ ਫ੍ਰਿਕਸ਼ਨ ਕੈਨ ਬੀ ਰਿਡਿਊਸ ਟੂ ਅ ਰਿਕੁਆਇਰਡ ਵੈਲਿਊ, ਠੀਕ ਹੈ, ਬਾय ਦ ਫੋਲੋਇੰਗ ਮੈਥਡ। ਦੇਖੋ ਕਿੰਨੀ ਵਧੀਆ ਗੱਲ ਕਹੀ ਹੈ, ਕਹਿੰਦਾ ਇੱਕ ਰਿਕੁਆਇਰਡ ਵੈਲਿਊ, ਜਿੰਨਾ ਸਾਨੂੰ ਚਾਹੀਦਾ ਉੱਥੋਂ ਤੱਕ ਘਟਾ ਸਕਦੇ ਪਰ ਖਤਮ ਨਹੀਂ ਕਰ ਸਕਦੇ ਕਦੇ ਵੀ। ਠੀਕ ਹੈ। ਤਾਂ ਲੋੜੀਂਦੇ ਮੁੱਲ ਤੱਕ ਘਟਾਉਣ ਦੀਆਂ ਕੁਝ ਤਰੀਕੇ ਹੈਗੇ ਆ। ਪਹਿਲਾ ਹੈ ਬਾय ਪੋਲਿਸ਼ਿੰਗ ਦਾ ਸਰਫੇਸਿਸ, ਸਤਹਾਂ ਨੂੰ ਪਾਲਿਸ਼ ਕਰਕੇ। ਸਤਹਾਂ ਨੂੰ ਪਾਲਿਸ਼ ਕਰਕੇ ਤੁਸੀਂ ਦੇਖੋ ਜਦੋਂ ਆਮ ਤੌਰ ਤੇ ਘਰੇ ਪੱਥਰ ਲਗਾਉਂਦੇ ਆ ਅਸੀਂ, ਠੀਕ ਹੈ, ਤਾਂ ਉਹ ਇੰਨਾ ਸਮੂਥ ਨਹੀਂ ਹੁੰਦਾ, ਹਨਾ। ਪੱਥਰ ਦੇ ਉੱਤੇ ਅਸੀਂ ਦੇਖਦੇ ਹਾਂ ਤਾਂ ਬੜਾ ਖੁਰਦੜਾ ਖੁਰਦੜਾ ਹੁੰਦਾ, ਲੇਕਿਨ ਜਦੋਂ ਉਹਦੀ ਰਗੜਾਈ ਕਰ ਦਿੰਦੇ ਆ, ਰਗੜਾਈ ਕਰਕੇ ਅਸੀਂ ਕਹਿੰਦੇ ਵੀ ਇਹਦੇ ਗ੍ਰੇਨਾਈਟ ਪਾਲਿਸ਼ ਵੀ ਕਰਦੇ ਜੀ, ਗ੍ਰੇਨਾਈਟ ਬੱਟੀ ਵੀ ਮਾਰਦੇ, ਹਨਾ, ਉਹਦੇ ਨਾਲ ਕੇਕ ਤਾਂ ਚਮਕ ਆ ਜਾਂਦੀ ਹੈ। ਦੂਸਰਾ ਦੇਖੋ ਵੀ ਇਹ ਮੁਲਾਇਮ ਹੋ ਜਾਂਦਾ, ਸਕਿਡ ਕਰਨ ਲੱਗ ਜਾਂਦੇ ਆ ਉਹਦੇ ਉੱਤੇ ਅਸੀਂ, ਹਨਾ। ਤਾਂ ਪਾਲਿਸ਼ ਕਰਨ ਨਾਲ ਲੱਕੜ ਹੈ, ਲੱਕੜ ਉਨੀ ਸਮੂਥ ਨਹੀਂ, ਲੇਕਿਨ ਉਹਦੇ ਉੱਤੇ ਜਦੋਂ ਅਸੀਂ ਪੇਂਟ ਕਰ ਦਈਏ, ਪਾਲਿਸ਼ ਕਰ ਦਈਏ, ਤਾਂ ਉਹਦੇ ਉੱਤੇ ਵੀ ਹੱਥ ਹੈ ਵਧੀਆ ਫਿਰਨ ਲੱਗ ਜਾਂਦਾ। ਠੀਕ ਹੈ। ਤਾਂ ਦੀਵਾਰ ਹੈ, ਦੀਵਾਰ ਦੇ ਉੱਤੇ ਪੇਂਟ ਕਰਦੇ ਆ, ਠੀਕ ਹੈ। ਤਾਂ ਪੇਂਟ ਕਰਨ ਵਾਸਤੇ ਅਸੀਂ, ਅੱਜ ਕੱਲ੍ਹ ਐਡ ਆਉਂਦੀ ਹੈ ਵੀ ਪਹਿਲਾਂ ਵਾਲ ਪੁੱਟੀ ਮਾਰੋ, ਵਾਲ ਪੁੱਟੀ ਕਿਉਂ ਮਾਰੋ, ਤਾਂ ਕਿ ਬਿਲਕੁਲ ਪਲੇਨ ਹੋ ਜਾਏ, ਉਦੋਂ ਬਾਅਦ ਤੁਸੀਂ ਹੱਥ ਮਾਰੋਗੇ ਸਮੂਥ ਚੱਲੂਗੀ। ਤਾਂ ਪਾਲਿਸ਼ ਕਰਨ ਨਾਲ ਚੀਜ਼ਾਂ ਸਮੂਥ ਹੋ ਜਾਂਦੀਆਂ। ਅਪਲਾਈਂਗ ਲੁਬਰੀਕੈਂਟਸ, ਠੀਕ ਹੈ, ਲੁਬਰੀਕੈਂਟਸ ਆਇਲ ਔਰ ਗਰੀਸ। ਤਾਂ ਕਹਿੰਦੇ ਕੀ ਹੈ, ਲੁਬਰੀਕੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਬੇਟਾ ਤੇਲ ਜਾਂ ਗਰੀਸ। ਠੀਕ ਹੈ। ਗਰੀਸ ਕੀ ਹੁੰਦੀ ਹੈ, ਆ ਗਰੀਸ ਹੈ ਬੇਟਾ ਜਿਹੜੀ ਤੁਹਾਨੂੰ ਸ਼ੇਪ ਦਿਖ ਰਹੀ ਹੈ ਬਰਾਊਨ ਜੇ ਕਲਰ। ਤਾਂ ਜਦੋਂ ਬੈਰਿੰਗ ਹੈ, ਬਾਲ ਬੈਰਿੰਗ, ਇਹਦੀਆਂ ਦੋ ਸਰਫੇਸਿਸ ਨੇ, ਇਹਦੇ ਵਿੱਚ ਗੋਲੀਆਂ ਗੋਲੀਆਂ ਪਈਆਂ ਹੁੰਦੀਆਂ ਬੇਟਾ, ਬਾਲਸ ਹੁੰਦੀਆਂ ਲੋਹੇ ਦੀਆਂ। ਤਾਂ ਜਦੋਂ ਇਹ ਬੈਰਿੰਗ ਘੁੰਮਦਾ ਹੈ ਤਾਂ ਘੁੰਮਣ ਨਾਲ ਬਾਲਸ ਦੀ ਰਗੜ ਪੈਂਦੀ ਹੈ, ਰਗੜ ਪੈਂਦੀ ਹੈ ਤਾਂ ਬਾਲਸ ਘਸ ਜਾਂਦੀਆਂ। ਕਈ ਵਾਰ ਅਸੀਂ ਦੇਖਦੇ ਨਾ ਕਈ ਵਹੀਕਲਸ ਜੋ ਚੱਲਦੇ ਆ, ਸਾਈਕਲ ਜਾਂ ਸਕੂਟਰ ਜਾਂ ਐਕਟਿਵਾ ਕਾਰ, ਕਿਸੇ ਚੋਂ ਵੀ ਆਵਾਜ਼ ਆਉਂਦੀ ਹੈ, ਹਨਾ, ਛਨ 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 ਛਨ, ਇਸ ਤਰ੍ਹਾਂ ਆਵਾਜ਼ ਆਉਂਦੀ ਹੈ। ਉਹ ਕਿਉਂ ਆਉਂਦੀ ਹੈ? ਉਹ ਆਉਂਦੀ ਹੈ ਕਿਉਂਕਿ ਬੈਰਿੰਗਸ ਦੀਆਂ ਬਾਲਸ ਜਦੋਂ ਲੂਜ਼ ਹੋ ਜਾਂਦੀਆਂ ਤਾਂ ਉਹ ਖੜਕਣ ਲੱਗ ਜਾਂਦੀਆਂ। ਤਾਂ ਉਹਦੇ ਨਾਲ ਕੀ ਹੈ, ਜ਼ੋਰ ਵੀ ਜ਼ਿਆਦਾ ਲੱਗਦਾ, ਜ਼ੋਰ ਜ਼ਿਆਦਾ ਲੱਗਦਾ ਤਾਂ ਜੇ ਸਾਈਕਲ ਹੈ ਤਾਂ ਸਾਡਾ ਜ਼ੋਰ ਲੱਗੂਗਾ, ਤੇ ਜੇ ਸਕੂਟਰ ਹੈ ਤਾਂ ਫਿਰ ਬਈ ਪੈਟਰੋਲ ਜ਼ਿਆਦਾ ਲੱਗੂਗਾ। ਤਾਂ ਗਰੀਸਿੰਗ ਕਰਾਉਣ ਨਾਲ ਕੀ ਹੁੰਦਾ ਕਿ ਉਹਨਾਂ ਦੇ ਵਿੱਚ ਰਗੜ ਘਟ ਜਾਂਦੀ ਹੈ, ਔਰ ਰਗੜ ਘਟਣ ਨਾਲ ਆਵਾਜ਼ ਵੀ ਘਟ ਜਾਂਦੀ ਹੈ ਤੇ ਸਮੂਥ ਚੱਲਣ ਲੱਗ ਜਾਂਦਾ। ਠੀਕ ਹੈ। ਆਇਲ ਵੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਤਾਂ ਜੋ ਛੋਟੇ ਹੁੰਦੇ ਸੀ ਸਾਈਕਲ ਚਲਾਉਂਦੇ ਸੀ ਨਾ, ਬਹੁਤ ਭਾਰਾ ਚੱਲਣ ਲੱਗ ਜਾਂਦਾ ਸਾਈਕਲ, ਤਾਂ ਸਾਈਕਲ ਵਾਲੇ ਕੋਲੇ ਜਾਂਦੇ, ਉਹਦੇ ਕੋਲੇ ਕੁੱਪੀ ਜੀ ਹੁੰਦੀ ਸੀ, ਕੁੱਪੀ ਨਾਲੋਂ ਮਾੜਾ ਮਾੜਾ ਸਾਰੇ ਜਿੱਥੇ ਜਿੱਥੇ ਜੁਆਇੰਟ ਹੁੰਦੇ ਸੀ ਉੱਥੇ ਤੇਲ ਦੇ ਦਿੰਦੇ ਸੀ, ਹਨਾ। ਘਰੇ ਮਸ਼ੀਨ ਹੈ, ਕਈ ਵਾਰ ਅਸੀਂ ਮਸ਼ੀਨ ਨੂੰ ਵੀ ਤੇਲ ਦਿੰਦੇ ਹਾਂ, ਦਰਵਾਜ਼ੇ ਆ, ਦਰਵਾਜ਼ਿਆਂ ਨੂੰ ਵੀ ਅਸੀਂ ਤੇਲ ਦੇ ਦਿੰਦੇ ਹਾਂ ਜਿੱਥੇ ਕਬਜੇ ਹੁੰਦੇ ਆ, ਤਾਂ ਕਿ ਉੱਥੇ ਜਿਹੜੀ ਰਗੜ ਹੈ ਉਹ ਰਗੜ ਘਟ ਜੇ, ਆਵਾਜ਼ ਵੀ ਆਉਣਾ ਬੰਦ ਹੋ ਜੇ ਤੇ ਚੱਲਣ ਵੀ ਸਮੂਥਲੀ ਲੱਗ ਜਾਏ। ਠੀਕ ਹੈ। ਬਾਈ ਯੂਜ਼ਿੰਗ ਸੋਪ ਸੋਲਿਊਸ਼ਨ, ਸਾਬਣ ਦਾ ਘੋਲ ਵਰਤ ਕੇ। ਕਈ ਵਾਰ ਕੀ ਹੈ, ਤੁਸੀਂ ਦੇਖਿਆ ਹੋਇਆ ਨਾ ਸਾਬਣ ਦਾ ਘੋਲ ਵਰਤਣ ਦਾ, ਤਾਂ ਆਮ ਤੌਰ ਤੇ ਜਿਹੜਾ ਐਕਸਪੈਰੀਮੈਂਟ ਦੇਖਿਆ ਕਿ ਕਈ ਵਾਰ ਲੇਡੀਜ਼ ਹੁੰਦੀਆਂ ਨਾ ਹੱਥ 'ਚ ਚੂੜੀ ਲਾਉਣ ਲੱਗਦੀਆਂ, ਲੈਂਦੀ ਨਹੀਂ, ਉਹ ਕਹਿੰਦੇ ਹੱਥ 'ਤੇ ਮਾੜੀ ਸਾਬਣ ਮਲ ਲਓ, ਸਾਬਣ ਮਲ ਕੇ ਲਾ ਲਓ ਤਾਂ ਸੌਖੀ ਲੈ ਜਾਂਦੀ ਹੈ। ਤਾਂ ਕਾਰਨ ਹੈ ਕਿਉਂਕਿ ਸਾਬਣ ਕੀ ਹੈ, ਚਿਕਨੀ ਹੁੰਦੀ ਹੈ, ਸਾਬਣ ਲਗਾਉਂਦੇ ਤਾਂ ਉਹ ਸਮੂਥਲੀ ਨਿਕਲ ਜਾਂਦੀ ਹੈ। ਅਦਰਵਾਈਜ਼ ਫ੍ਰਿਕਸ਼ਨ ਕਾਹਦਾ ਹੈ? ਫ੍ਰਿਕਸ਼ਨ ਆਪਣੇ ਹੱਥ ਦਾ। ਠੀਕ ਹੈ। ਸਾਬਣ ਨਹੀਂ ਤਾਂ ਕਈ ਵਾਰ ਅਸੀਂ ਕਹਿੰਦੇ ਆ ਵੀ ਬਈ ਕੋਈ ਬੋਡੀ ਕਰੀਮ ਲਾ ਲਓ, ਕਰੀਮ ਲਾਉਣ ਨਾਲ ਵੀ ਕੀ ਹੈ, ਸਰਫੇਸ ਸਮੂਥ ਹੋ ਜਾਂਦੀ ਹੈ, ਤਾਂ ਵੀ ਚੂੜੀਆਂ ਜਲਦੀ ਲੈ ਜਾਂਦੀਆਂ, ਹਨਾ। ਤੇ ਬਾਈ ਯੂਜ਼ਿੰਗ ਪਾਊਡਰ, ਪਾਊਡਰ ਦੀ ਵਰਤੋਂ ਕਰਕੇ। ਤਾਂ ਕੈਰਮ ਬੋਰਡ ਬਚਪਨ ਚ ਸਾਰਿਆਂ ਨੇ ਖੇਡਿਆ ਹੁੰਦਾ, ਤਾਂ ਜਦੋਂ ਅਸੀਂ ਟਾਈਗਰ ਨਾਲ ਚਲਾਉਂਦੇ ਹਾਂ ਤਾਂ ਅਸੀਂ ਕਹਿੰਦੇ ਯਾਰ ਚੱਲਦਾ ਨਹੀਂ, ਮਜ਼ਾ ਨਹੀਂ ਆ ਰਿਹਾ, ਹਾਂ ਜਾ ਨਹੀਂ ਰਿਹਾ, ਪਾਊਡਰ ਪਾਓ। ਅੱਗੇ ਤਾਂ ਪਾਠਾ ਹੁੰਦਾ ਸੀ, ਅੱਜ ਕੱਲ ਤਾਂ ਪਾਠੇ ਦੇ ਪਾਊਡਰ ਮਿਲਦੇ ਨਹੀਂ, ਤਾਂ ਜਿਹੜਾ ਟੈਲਕਮ ਪਾਊਡਰ ਹੈ ਬੱਚੇ ਉਹੀ ਯੂਜ਼ ਕਰੀ ਜਾਂਦੇ ਆ। ਅੱਗੇ ਸਪੈਸ਼ਲ ਪਾਊਡਰ ਆਉਂਦਾ ਹੁੰਦਾ ਸੀ ਇਹਦੇ ਵਾਸਤੇ। ਠੀਕ ਹੈ। ਤਾਂ ਪਾਊਡਰ ਪਾ ਕੇ ਜਦੋਂ ਤੋਂ ਬਾਅਦ ਅਸੀਂ ਉਹਨੂੰ ਚਲਾਉਂਦੇ ਹਾਂ ਤਾਂ ਟਾਈਗਰ ਵਧੀਆ ਚੱਲਣ ਲੱਗਦਾ। ਤਾਂ ਇਹ ਕੁਝ ਐਗਜ਼ਾਮਪਲਸ ਹੈ ਬੇਟਾ ਰੀਅਲ ਲਾਈਫ ਦੀਆਂ। ਤਾਂ ਸਾਰਾ ਹੀ ਚੈਪਟਰ ਸਾਡੇ ਆਲੇ ਦੁਆਲੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਾਰੇ ਆਲੇ ਦੁਆਲੇ ਚੈਪਟਰ ਘੁੰਮਦਾ ਫਿਰਦਾ ਨਜ਼ਰ ਆਊਗਾ। ਤਾਂ ਫਿਜ਼ਿਕਸ ਮਤਲਬ ਵਨ ਆਫ ਦਾ ਮੋਸਟ ਇੰਪੋਰਟੈਂਟ ਚੈਪਟਰ ਹੈ ਇਹ, ਫੋਰਸ। ਇਹ ਸਮਝ ਆਉਣਾ ਜ਼ਰੂਰੀ ਹੈ। ਠੀਕ ਹੈ। ਹੋਪ ਸੋ ਕਿ ਤੁਹਾਨੂੰ ਵਧੀਆ ਸਮਝ ਆ ਗਿਆ ਹੋਊਗਾ ਜੀ। ਠੀਕ ਹੈ ਜੀ। ਥੈਂਕ ਯੂ।